ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। हम अवगुण भरे एक गुण नाही, अमृत छाड़ बिखै बिख खाई। माया मोह परम पै भूले, सुत दारा सो प्रीत लगाई। एक उत्तम पंथ सुनियो गुर संगत, तेहि मिलंत जम त्रास मिटाई। एक अरदास पाठ कीरत की, गुर रामदास राखो शरणाई। एक अरदास पाठ कीरत की, गुर रामदास राखो शरणाई। ना हूँ जति सती नहीं पढ़िया, मूरख मुगदा जन्म भया। परणवत नानक तिनकी सरना, जिन तू नाही विसरिया। सज्जन सच्चा पातशाह, सिर शाहां दै शाह। जिस पास बैठिया सोहीए, सबना दा वेसाह। जिस पास बैठिया सोहीए, सबना दा वेसाह। सतनाम श्री वाहिगुरु साहिब जी। बिलावल की वार महला चौथा। एक ओंकार सतगुर प्रसाद। सलोक महला चौथा। हर उत्तम हर प्रभ गाविया, कर नाद बिलावल राग। उपदेश गुरु सुन मनिया, तोर मस्तक पूरा भाग। हर उत्तम हर प्रभ गाविया, कर नाद बिलावल राग। उपदेश गुरु सुन मनिया,
ਮਾਨਿਆ ਤੁਰ ਮਸਤਕ ਪੂਰਾ ਭਾਗ ਸਭ ਦਿਨ ਸੁਰੈਣ ਗੁਣ ਉਚਰੈ ਹਰ 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 ਉਰ ਲਿਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਰਾਗ ਜਨ ਨਾਨਕ ਜੀਵੈ ਦੇਖ ਹਾਰ ਇਕ ਨਿਮਖ ਘੜੀ ਮੁਖ ਲਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਰਾਗ ਜਨ ਨਾਨਕ ਜੀਵੈ ਦੇਖ ਹਾਰ ਇਕ ਨਿਮਖ ਘੜੀ ਮੁਖ ਲਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सम्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर गुरुद्वारा मंजी साहिब दीवान अस्थान विखे आप जी हाजरी भर रहे हो। सतगुरु जी दे बख्शे हुए जो रूहानी नेम ने उस अनुसार जिथे श्री दरबार साहिब जी विखे हरमंदर साहिब विखे अमृत वेले तो लैके देर रात तक शब्द चौंकियां कीर्तन दियां चौंकियां राही पार ब्रह्म परमेश्वर वाहिगुरु जी की सिफत की जाती है। उथे सतगुरु गुरु पंचम पातशाह जी का यह अस्थान मंजी साहिब गुरुद्वारा इत्थे सुबह शाम दीवान सजदे ने। आशा की वार का कीर्तन इत्थे भी हुंदा है। उस तो बाद जो हरमंदर साहिब जी विखे अमृत वेले सतगुरु हुक्म बख्शदे ने उस हुक्म दी विचार गुरु सवारे विद्वान पुरुष सिंह साहबान करते ने। और ये दिन खास करके विशेष तौर पर जदों असीं मनाने हाँ सोडी सुल्तान सच्चा पातशाह दीन दुनिया दा थम सच्चा पातशाह अथरबन भार नूं उतारन वाला सच्चा पातशाह सतगुरु गुरु रामदास सच्चे पातशाह महाराज हजूर दे आगमन पुरब नूं समर्पित इस अस्थान ते विशेष गुरमत दीवान सजाए जाते ने। नगर कीर्तन निकलता है, राग दरबार सजदे ने,
ਕਵੀ ਢਾਡੀ ਗੁਰਸਿੱਖ ਸੰਗਤਾਂ ਨੂੰ ਗੁਰੂ ਯਸ ਰਾਹੀਂ ਨਿਹਾਲ ਕਰਦੇ ਨੇ। ਉਸ ਸਤਿਗੁਰੂ ਜੀ ਦੇ ਇਸ ਆਗਮਨ ਪੁਰਬ ਨੂੰ ਮਨਾਉਣ ਲਈ ਆਪਾਂ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਾਂ। ਹਰ ਸਾਲ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਦੀ ਕਥਾ ਦੇ ਸੰਬੰਧ ਵਿੱਚ ਜਦੋਂ ਸ਼ੁਰੂਆਤ ਕਰਨੇ ਆ, ਉਸ ਮਹਾਨ ਆਤਮਾ ਦਾ ਜ਼ਿਕਰ ਜ਼ਰੂਰ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਕਰੀਬਨ 3 ਦਹਾਕਿਆਂ ਤੋਂ ਵੱਧ ਸਮਾਂ 32-33 ਸਾਲ ਆਪ ਸੰਗਤਾਂ ਦੀ ਸੇਵਾ ਇਸ ਅਸਥਾਨ ਤੇ ਬੈਠ ਕੇ ਕੀਤੀ। ਮੇਰੇ ਕਹਿਣ ਤੋਂ ਮੁਰਾਦ ਗੁਰਪੁਰ ਵਾਸੀ ਅਤੀ ਸਨਮਾਨਯੋਗ ਗਿਆਨੀ ਸੰਤ ਸਿੰਘ ਜੀ ਮਸਕੀ। ਹਰ ਸਾਲ ਆਪਾਂ ਉਹਨਾਂ ਦਾ ਜ਼ਿਕਰ ਕਰਦੇ ਹਾਂ। ਆਓ ਅੱਜ ਤੋਂ ਲੈ ਕੇ 13 ਤਰੀਕ ਤੱਕ ਜੋ ਦਫ਼ਤਰ ਨੇ ਔਰ ਸਨਮਾਨਯੋਗ ਸਿੰਘ ਸਾਹਿਬ ਜੀ ਨੇ ਸੰਦੇਸ਼ ਦਾਸ ਨੂੰ ਭੇਜਿਆ ਹੈ ਗੁਰੂ ਸੰਗਤ ਦੀ ਸੇਵਾ ਕਰਨ ਲਈ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਸਨਮੁਖ ਆਪਾਂ ਸਾਰੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਪੁਰਬ ਆ ਰਿਹਾ ਹੈ, ਤੁਸੀਂ ਰਹਿਮਤਾਂ ਕਰੋ, ਸਾਡੇ ਅੰਦਰ ਆਪਣੇ ਸ਼ਬਦ ਦਾ ਪ੍ਰਕਾਸ਼ ਕਰ ਦਿਓ। ਜੋ ਗੁਰੂ ਰਾਮਦਾਸ ਜੀ ਆਪ ਜੀ ਦੇ ਬਚਨ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਸਤਿਗੁਰੂ ਜੀ, ਜਿਸ ਬਾਣੀ ਵਿੱਚ ਆਪ ਬਿਰਾਜਮਾਨ ਹੋ, ਆਪ ਜੀ ਦੇ ਬਚਨ ਨੇ ਕਿ ਸਤਿਗੁਰ ਬਚਨ, ਬਚਨ ਹੈ ਸਤਿਗੁਰ। ਜਿਸ ਬਾਣੀ ਵਿੱਚ, ਜਿਸ ਬਚਨ ਵਿੱਚ, ਜਿਸ ਸ਼ਬਦ ਵਿੱਚ ਆਪ ਜੀ ਬਿਰਾਜਮਾਨ ਹੋ, ਕਿਰਪਾ ਕਰੋ ਉਸ ਸ਼ਬਦ ਦਾ ਪ੍ਰਕਾਸ਼ ਪੂਰੀ ਮਾਨਵਤਾ ਦੇ ਹਿਰਦੇ ਵਿੱਚ ਹੋ ਜਾਏ। ਉਸ ਸ਼ਬਦ ਦੀ ਰਹਿਮਤ ਗੁਰਸਿੱਖਾਂ ਦੇ ਹਿਰਦੇ ਵਿੱਚ ਵਰਤਾ ਰਹੇ ਹੋ, ਅੱਗੇ ਵੀ ਵਰਤਾਉਂਦੇ ਰਹੋ। ਆਓ ਅੱਜ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ। ਸਤਿਗੁਰਾਂ ਦੀ ਹੀ ਪਵਿੱਤਰ ਬਾਣੀ, ਉਹਨਾਂ ਦੀ ਵਾਰ ਦੇ ਵਿੱਚੋਂ ਹੀ ਸਤਿਗੁਰਾਂ ਨੇ ਸਾਨੂੰ ਅੱਜ ਅਸੀਸ ਬਖਸ਼ ਦਿੱਤੀ। ਸਭ ਨੂੰ ਇਸ ਅੰਮ੍ਰਿਤ ਬਚਨ ਨੂੰ ਆਪਾਂ ਵਿਚਾਰਾਂਗੇ। ਆਪ ਜਿਤਨੇ ਇਸ ਅਸਥਾਨ ਤੇ ਬੈਠੇ ਹੋ ਜਾਂ ਦੇਸ਼ ਪ੍ਰਦੇਸ਼ ਜਿੱਥੇ ਬੈਠੇ ਆਪ ਜੀ ਸੁਣ ਰਹੇ ਹੋ, ਦਾਸ ਇੱਕ ਬੇਨਤੀ ਕਰਦਾ ਹੈ, ਕੋਈ ਵੀ ਬੁਲਾਰਾ ਬੋਲਦਾ ਹੈ, ਸੱਚ ਇਹ ਵੇ ਸੰਗਤ ਜੀ, ਉਹਨੂੰ ਆਪਣੇ ਧੁਰ ਅੰਦਰ ਤੋਂ ਅਸੀਸ ਦਿਓ। ਉਹ ਖਿਆਲ ਦੇ ਰੂਪ 'ਚ ਹੈ, ਫੁਰਨੇ ਦੇ ਰੂਪ 'ਚ ਹੈ, ਭਾਵੇਂ ਸਾਨੂੰ ਅਸੀਂ ਕਹਾਂਗੇ ਵੀ ਉਹ ਖਿਆਲ ਨਾਲ, ਉਸ ਫੁਰਨੇ ਨਾਲ ਕੀ ਹੋ ਸਕਦਾ ਹੈ। ਯਾਦ ਰੱਖਿਓ, ਆ ਸੰਸਾਰ ਵੀ ਤਾਂ ਪਰਮਾਤਮਾ ਦਾ ਫੁਰਨਾ ਹੀ ਹੈ ਨਾ। ਆ ਫੁਰਨੇ ਜਦੋਂ ਸਫੁਰ ਹੋਇਆ, ਇਹ ਸ੍ਰਿਸ਼ਟੀ ਰਚ ਦਿੱਤੀ। ਜਿਹੋ ਜਿਹੇ ਫੁਰਨੇ ਅਸੀਂ ਕਿਸੇ ਇਨਸਾਨ ਦੇ ਪ੍ਰਤੀ ਬਣਾਉਂਦੇ ਹਾਂ, ਉਸ ਦਾ ਸੰਦੇਸ਼ ਉਸ ਦੂਸਰੇ ਬੰਦੇ ਤੱਕ ਜ਼ਰੂਰ ਪਹੁੰਚਦਾ ਹੈ। ਇਸ ਕਰਕੇ ਆਓ ਆਪ ਅਸੀਸ ਬਖਸ਼ੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਕੀ ਵਾਰ ਮਹੱਲਾ ਚੌਥਾ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਗੁਰਦੁਆਰਾ ਰਾਮਸਰ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਇੱਕ ਥਾਂ ਤੇ ਸੰਗ੍ਰਹਿ ਕੀਤੀ, ਇਕੱਠੀ ਕੀਤੀ, ਜਿਸ ਨੂੰ ਅਸੀਂ ਆਪਣੀ ਸ਼ਬਦਾਵਲੀ 'ਚ ਇਹ ਵੀ ਕਹਿੰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ।
पातशाह महाराज जी ने श्री गुरु ग्रंथ साहिब जी का प्रकाश हरमंदर साहिब विखे कराया है। उस वक्त जदों सतगुरु संपादना करा रहे ने ते उस तो बाद दमदमा साहिब की धरती ते गुरु गोबिंद सिंह साहिब सच्चे पातशाह जी महाराज जदों उन्होंने संपूर्णता की है, पहला भाई गुरदास साहिब जी ने स्वरूप लिखा अमृतसर की धरती ते। रवायत है कि दमदमा साहिब की धरती के उत्ते सतगुरां ने मुख तो बाणी उचारण करके सन्मानयोग भाई साहब भाई मनी सिंह जी तो स्वरूप लिखाया है, जिस लिए असी शब्द दमदमी बीड़ भी वरतते हाँ। पर अर्ज है जदों पंचम पातशाह सतगुरु संपादना कर रहे ने उस विच सतगुरां ने तरतीब देंदिया होया जिथे जपजी साहिब है, उस तो बाद जिहड़ा उस वक्त दा रोज़ दा नेम सी ओह है, फिर सतगुरां ने श्री राग तो आरंभता की है। थोड़ा जिहा सिर्फ क्योंकि वार दे विचों हुक्म आया ते वार दी आरंभता दी ही पहली पौड़ी हुक्म है। 2 श्लोक ने इस नाल संबंधित। सतगुरां ने जिते शब्द पहला दर्ज किए गुरु साहिबान दे, उस तो बाद अष्टपदियाँ दर्ज कीतियां, फिर सतगुरां ने शंत दर्ज किए, उस तो बाद सतगुरां ने फिर वार दर्ज की, वारां दर्ज कीतियां, उस तो बाद सतगुरां ने फिर भगत साहिबाना जी की बाणी दर्ज की। इस तरी तकरीबन सारी तरतीब सतगुरां ने बाणी विच दित्ती। इत्थे एक अर्ज है कि श्री गुरु ग्रंथ साहिब की पवित्र बाणी च जिथे असी राग पढ़ने हाँ, उत्थे हजूर सच्चे पातशाह महाराज जी ने 22 वारां श्री गुरु ग्रंथ साहिब विच दर्ज कीतियां ने, क्योंकि आप नूं जदों हुक्मनामा वार विचों आउंदा है, प्रचारक वीर व्याख्या वाले गुरमुख जरूर इस संबंधी संखेप दसदे ने। देखो जिहड़ियां वारां ने वो असल च पौड़ियां दा रूप ही ने। मैं तां अर्थ कर लगा, बिलावल की वार लिखिया मार ने सरलेख दिता है। बिलावल राग है ते बिलावल राग विच वार है। इस राग दे गाउण दा जिहड़ा वक्त है वो भी आ वेला है जदों आपां कथा कर रहे हैं। आप जी देखियो आसा की वार दे कीर्तन तो बाद जिहड़ी दूसरी चौकी लगदी है उसनूं आपां बिलावल दी चौकी कहने हैं। सियाणे विद्वान कीर्तनीय दसदे आ कि बिलावल दी चौकी जिहड़ी है दिन दे दूजे पैर विच लगदी है। ये वेला जिहड़ा जा रहा है ये है भी सचमुच बिलावल राग दे गाउण दा वेला है, क्योंकि हर राग जिहड़ा है उहदा वेला वखरा वखरा है। बिलावल दा वेला चल रहा है ते बिलावल राग है। उंज वैसे बिलावल दा अर्थ प्रसन्नता हुंदा है, खुशी हुंदा है, ते ये बिलावल राग है। सतगुरां ने इस राग दा नाम जो है ये बिलावल दिता है। इस तो अगली बेनती हुण जिहड़ी वार है इस दे अर्थ भावें विद्वानां ने बहुत कीते ने। वार दा अर्थ हमला भी कीता है, वार दा अर्थ धक्का मारना भी कीता है, वार दा अर्थ धिक ते घेरा भी कीता है। पर असी सीधे जे अर्थ करांगे कि काव रचना विच काव छंदाबंदी विच वो रचना जिहदे विच सूरमिਆਂ दी सूरम गति का बयान किया जाता है। फिर बेनती सुनियो, वार जो संसारी तौर पर कहांगे कि वार वो जिस रचना विच सूरमिਆਂ ਦੀਆਂ बहादरी दे जिहड़े कारनामे ने उन्हां नूं बयान किया जाता है ते गा के किया जाता है। इस नूं गुरु साहिब जी ने बख्शिश की जिहड़ी वार बाहर सथूलता की व्याख्या कर रही सी। बाहर मुखी सूरमे जिहड़े ने आपस च भिड़दे ने, एक हारदा दूसरा जितदा है, ते नेकी करके जिहड़ा नेकी जितन वाला है सचमुच नेकी वाला इंसान फिर बाद विच लोक ढाडी वीर जिहड़े ने सदियां तक उन्हां दियां वारां उन्हां दे यस उन्हां दी छंदाबंदी राहीं सिबत करदे आ। यही कारण कि श्री गुरु ग्रंथ साहिब की पवित्र बाणी विच सतगुरां ने जिथे 22 वारां दर्ज कीतियां उत्थे 9 धुनियां का जिक्र भी आउंदा है, जिहड़ा खास करके आपां अमृत वेले आसा दी वार दा कीर्तन सुनने ते असीं पढ़ने आ। वार सलोकां नाल सलोक भी महल्ले पहले के लिखे टूंडे असराजे की
ਧੁਨੀ, ਜਿਵੇਂ ਉੱਥੇ ਧੁਨੀ ਸ਼ਬਦ ਵਰਤਿਆ ਹੈ, ਇਸੇ ਤਰ੍ਹਾਂ ਇਸ ਧੁਨੀ ਸਮੇਤ 8 ਹੋਰ ਧੁਨੀਆਂ ਨੇ ਜਿਹੜੀਆਂ ਸਤਿਗੁਰਾਂ ਨੇ ਵਾਰਾਂ ਦੇ ਨਾਲ ਦਰਜ ਕੀਤੀਆਂ ਨੇ। ਥੋੜੀ ਜੀ ਬੇਨਤੀ ਸਿਰਫ ਇਸ ਕਰਕੇ ਜੀ, ਇਹ ਆਰੰਭਤਾ ਹੈ ਨਾ ਬਿਲਾਵਲ ਕੀ ਵਾਰ, ਇਹਦੇ ਅਰਥ ਕਰਨ ਲਈ। ਹੁਣ 9 ਧੁਨੀਆਂ ਨੇ, 22 ਵਾਰਾਂ ਨੇ। ਬਾਹਰਮੁਖੀ ਤੌਰ ਤੇ ਜਦੋਂ ਅਸੀਂ ਵਾਰ ਦੇਖਦੇ ਹਾਂ, ਬਹਾਦਰਾਂ ਦੇ ਕਾਰਨਾਮੇ ਬਿਆਨ ਕੀਤੇ ਜਾਂਦੇ ਆ। ਸਤਿਗੁਰਾਂ ਨੇ ਬਾਹਰਮੁਖੀ ਜਿਹੜੀ ਬਹਾਦਰੀ ਦੇ ਕਾਰਨਾਮਿਆਂ ਦੀ ਸਿਫਤ ਕੀਤੀ ਜਾਂਦੀ ਸੀ, ਉਹਨੂੰ ਇੰਨੀ ਸੂਖਸ਼ਮਤਾ ਵਿੱਚ ਲੈ ਲਿਆ। ਇੱਥੇ ਸੱਚੀ ਮੁੱਚੀ ਜੀ ਵਾਰਾਂ ਵਿੱਚ 2 ਪੱਖ ਕੀਤੇ ਜਾਂਦੇ ਆ। ਇੱਕ ਮਨਮੁਖਤਾਈ ਹੈ, ਦੂਸਰੀ ਗੁਰਮੁਖਤਾਈ ਹੈ। ਇੱਕ ਪਾਸੇ ਵਿਸ਼ੇ ਵਾਸ਼ਨਾ ਦੀ ਫੌਜ ਹੈ, ਦੂਜੇ ਪਾਸੇ ਦੈਵੀ ਗੁਣਾਂ ਦੀ ਫੌਜ ਹੈ। ਜਿਵੇਂ ਬਾਹਰ ਦੀ ਜੰਗ ਲੜੀ ਜਾਂਦੀ ਹੈ, ਇਸੇ ਤਰ੍ਹਾਂ ਸੱਚਮੁੱਚ ਰੋਜ਼ ਅੰਦਰ ਵੀ ਜੰਗ ਹੁੰਦੀ ਹੈ। ਜਿਵੇਂ ਬਾਹਰ ਤੇ ਕੋਈ ਚੰਗਾ ਬੰਦਾ ਫਤਿਹ ਪਾ ਜਾਏ, ਉਹਦੇ ਜਸ ਕੀਤਾ ਜਾਂਦਾ ਹੈ, ਤੇ ਜਿਹੜਾ ਅੰਦਰ ਦੇ ਦੁਸ਼ਮਣਾਂ ਦੇ ਉੱਤੇ ਫਤਿਹ ਪਾ ਜਾਂਦਾ ਹੈ, ਨਾਮ ਨਾਲ, ਸਿਮਰਨ ਨਾਲ, ਬੰਦਗੀ ਨਾਲ, ਸੱਚ ਐਵੇਂ ਉਸ ਬਹਾਦਰ ਸੂਰਮੇ ਦਾ ਜਸ ਵੀ ਗਾਇਨ ਕੀਤਾ ਜਾਂਦਾ ਹੈ। ਇਸੇ ਕਰਕੇ ਬਾਣੀ ਵਿੱਚ ਜਦੋਂ ਸੂਰਮ ਗਤੀ ਦਾ ਜ਼ਿਕਰ ਕੀਤਾ, ਭਾਵੇਂ ਅਸੀਂ ਉਹਨੂੰ ਬਾਹਰਮੁਖੀ ਅਰਥ ਵੀ ਵਰਤਨੇ ਆ, ਉਹ ਹੈ ਨਾ ਅੰਦਰੂਨੀ ਕਿ ਗਗਨ ਦਮਾਮਾ ਬਾਜਿਓ। ਪਹਿਲੇ ਜਿਹੜੇ ਬਚਨ ਨੇ ਸ਼ਲੋਕ, ਉਹ ਅੰਦਰੂਨੀ ਨਗਾਰੇ ਨਾਲ, 10ਮ ਦਵਾਰ ਅਨੰਦ ਸ਼ਬਦ ਨਾਲ ਸੰਬੰਧਿਤ ਨੇ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, खेत जो मांडियो सूरमा अब जूझन को दाओ। दूसरा बचन है सूरा सो पहचानिए, जो लड़े दीन के हेत, पुरजा पुरजा कट मरे कबू न छाड़े खेत। सूरम गति का जिक्र है। मैं फिर बेनती करा जी कि सतगुरु साहब जी ने इस जीव नू फतेह पाण दे लई, संसार नू जितन दे लई, वासना ते फतेह पाण दे लई ਜਿਹੜੀਆਂ ਬਾਹਰਮੁਖੀ ਸਥੂਲ ਵਾਰਾਂ ਗਾਈਆਂ ਜਾਂਦੀਆਂ ਸਨ, ਉਹਨੂੰ ਅਧਿਆਤਮਿਕ ਤੌਰ ਤੇ ਸੂਖਸ਼ਮਤਾ ਦੇ ਨਾਲ ਜੋੜ ਦਿੱਤਾ। ਇੱਕ ਗੱਲ ਹੋਰ, ਸਤਿਗੁਰੂ ਜੀ ਦੇ ਘਰ ਦੇ ਵਿੱਚ, ਕਿਉਂਕਿ ਅੱਜ ਗਾਇਕੀ ਨਾਲ ਸੰਬੰਧ ਕਾਫੀ ਹੈ, ਅਸੀਂ ਇੱਕ ਸ਼੍ਰੇਣੀ ਵੇਖਦੇ ਹਾਂ ਜਿਹੜੇ ਰਬਾਬੀ ਨੇ। ਜਿਵੇਂ ਭਾਈ ਸਾਹਿਬ ਭਾਈ ਮਰਦਾਨਾ ਜੀ, ਉਹਨਾਂ ਦਾ ਜ਼ਿਕਰ ਮੈਂ ਅੱਗੇ ਕਰਾਂਗਾ। ਭਾਈ ਮਰਦਾਨਾ ਸਾਹਿਬ ਜੀ ਤੋਂ ਬਾਅਦ ਉਹਨਾਂ ਦੇ ਬੇਟੇ ਸਜਾਦਾ ਜੀ ਆਉਂਦੇ ਨੇ। ਉਸ ਤੋਂ ਬਾਅਦ ਭਾਈ ਬਾਬਕ ਦਾ ਜ਼ਿਕਰ ਕਰਨੇ ਆ, ਭਾਈ ਸੱਧੂ, ਭਾਈ ਮੱਧੂ ਦਾ ਜ਼ਿਕਰ ਕੀਤਾ ਜਾਂਦਾ ਹੈ। ਇਸ ਦੇ ਨਾਲ ਨਾਲ ਸਤਿਗੁਰੂ ਦੇ ਘਰ ਦੇ ਵਿੱਚ ਢਾਡੀ ਵੀ ਆਉਂਦੇ ਆ, ਜਿਨ੍ਹਾਂ ਦਾ ਸੰਬੰਧ ਵਾਰਾਂ ਗਾਉਣ ਨਾਲ, ਰਬਾਬੀਆਂ ਦਾ ਵੀ ਸੰਬੰਧ ਹੈ ਤੇ ਢਾਡੀਆਂ ਦਾ ਵੀ ਹੈ। ਕਿਉਂਕਿ 2 ਢਾਡੀਆਂ ਦਾ ਅਸੀਂ ਜ਼ਿਕਰ ਬੜਾ ਕਰਨੇ ਆ। ਇੱਕ ਨੱਥਮਲ ਜੀ, ਭਾਈ ਨੱਥਮਲ ਜੀ ਤੇ ਭਾਈ ਅਬਦੁੱਲਾ ਜੀ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਉਹਨਾਂ ਦੇ ਤਖਤ ਨਸ਼ੀਨੀ ਵੇਲੇ ਆਪਣੀ ਰਸਨਾ ਤੋਂ ਜਿਹੜੀ ਵਾਰ ਗਾਈ, ਉਹਦੇ 2 ਬਚਨ ਸਾਂਭ ਕੇ ਵੀ ਰੱਖੇ ਹੋਏ ਆ। ਥੋੜ੍ਹਾ ਜਿਹਾ ਇਸ ਬੇਨਤੀ ਨੂੰ ਸੁਣਿਓ ਗੁਰਮੁਖੋ। ਜਿਵੇਂ ਅਸੀਂ ਇੱਕ ਪੜ੍ਹਨੇ ਆ, 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਇੱਕ ਇਹ। ਦੂਸਰੀ ਉਹਨਾਂ ਦੀ ਪੌੜੀ ਹੈ, ਸੱਚਾ ਤਖਤ ਸੁਹਾਇਓ ਸ੍ਰੀ ਗੁਰੂ ਪਾਇਕ ਹੈ, ਸਭ ਬਰਨੀ ਨਾ ਜਾਏ ਕਹੂੰ ਕਿਆ ਗਾਇਕ ਹੈ, रब सस भय मलीन सो दर्श दिखायक है, श्री गुरु तख तख्त बराजे प्रभु ध्यायक है, मीर अब्दुल और नथ जस कहो बनायक है। मेरे कहण तो मुराद वो सतगुरु के घर दे विच ढाडी ने। उंज ढाडी शब्द की वरतों सब तो पहला गुरु ग्रंथ साहिब विच भगत नामदेव महाराज जी ने की है। उस तो बाद गुरु नानक साहिब जी ने इस शब्द की अपने लिए भरपूर वरतों की। आसा की वार विच कह खाओ ढाडी का नीच जात होर उत्तम जात सदाएं दे। जां असीं बचन पढ़ने हाओ ढाडी वेकार कारै लाया। गुरु रामदास महाराज उन्होंने भी अपनी रसना तो अपने आप नूं ढाडी किया है। खैर आपां प्रकरण तो दूर नहीं जावांगे। जिहड़ियां वारां ने ये ढाडी साहब गांदे हुंदे सन। सतगुरां ने ये दात रबाबी ਸਿੰਘਾਂ ਨੂੰ भी बख्श दिती। यही कारण कि अज भी ਅੰਮ੍ਰਿਤ वेले तकरीबन ज़्यादा गुरु घरां विच ਅੰਮ੍ਰਿਤ वेले गुरु के कीर्तनीय गुरसिख ये सतगुरु की ਅੰਮ੍ਰਿਤ बाणी की आसा की वार का कीर्तन करते। थोड़ा जिहा एक होर अर्ज कर देवां। प्रोफैसर प्यारा सिंह पद्म लिखते आ कि मीर अब्दुल ने ते भाई नत्था जी ने गुरु हरगोबिंद साहिब दे सन्मुख 72 वारां गाईआं सन।
मैं उन्हां दे नां दा तां जिक्र कर दिता है क्योंकि अज दी व्याख्या विच हर बंदा जिहड़ा है वो ये शक की बिरती बहुत ज़्यादा है जी, खिमा करियो। उन्हां 72 वारां दा जिक्र किया है, पर नाल भी लिखिया भी ये सुनिया जाता है कि 72 वारां उन्हां ने गाइयां, पर ये वो वारां नहीं लभदियां किहड़ियां गाइयां। दूसरा जिक्र प्रिंसीपल सतबीर सिंह करते आ, वो कहते आ कि मीर अब्दुल ने ते भाई नत्था जी ने ਜਿਹੜੀਆਂ गुरु ग्रंथ साहिब विच 22 वारां दर्ज ने, ये 22 दियां 22 वारां गुरु हरगोबिंद साहिब दे सन्मुख जिथे अकाल तख्त साहिब है, इत्थे सन्मुख विहड़े विच 2 महीनिਆਂ विच इन्हां ने 22 दियां 22 वारां गायन करके सुनाईयां ते 9 दियां 9 धुनियां उस तरज दे विच इन्हां ने वारां ਜਿਹੜੀਆਂ गाईयां सन। उन्हां मुताबक जिस दिन इन्हां वारां दी संपूर्णता हुई गायकी पक्षों सतगुरां ने इन्हां नूं खाती बख्शिश कीता सी। मेरे कहण तो मुराद कि ये जिहड़ियां वारां ने इन्हां दा संबंध ढाडियां नाल सी। इत्थे सतगुरु जी ने एक बख्शिश कीती है। एक तां इन्हां ने बिलावल की वार, राग बिलावल है ते वार, ते अगे शब्द लिखिया जी महला चौथा। इहदा अर्थ हो गया बिलावल राग विच वार है ते चौथे पातशाह दी वार है। थोड़ा जिहा इस वार दे संबंध विच, इस वार दे अंदर ਜਿਹੜੀਆਂ पौड़ियां ने, क्योंकि अज जिहड़ा हुक्मनामा आया ये पहली पौड़ी ते 2 सलोक ने। उंज इस बिलावल की वार दे अंदर 13 पौड़ियां ने ते 27 इहदे विच शलोक ने। गुरमुखो फिर सुनियो, 13 पौड़ियां ने बिलावल की वार दियां, 27 इहदे विच शलोक ने। पौड़ियां ਜਿਹੜੀਆਂ ने गुरु रामदास जी दियां ने ते ਜਿਹੜੇ 27 शलोक ने, इन्हां विच एक शलोक सिर्फ गुरु रामदास का जिहड़ा अज आरंभ विच आ गया। 2 शलोक धन गुरु नानक साहिब महाराज जी दे ने ते बाकी 24 शलोक जिहड़े इस वार नाल आउणे ने वो धन गुरु अमरदास महाराज जी दे उचारण कीते। फिर बेनती, 13 पौड़ियां 27 शलोक, 27 शलोकां विचों एक शलोक गुरु रामदास जी का, 2 शलोक गुरु नानक साहिब जी दे, 24 शलोक धन गुरु अमरदास महाराज जी दे। तकरीबन सारियां पौड़ियां नाल सतगुरां ने 2-2 शलोक दर्ज किए। बस एक 7वीं पौड़ी है जिहदे नाल सतगुरां ने 3 शलोक दर्ज किए। मैनू बख्श दिया जे मैं इस करके क्योंकि वार दी आरंभता है। हजूर सच्चे पातशाह जी बख्शिश कर रहे आ, भाई गुरसिखो गुरु अर्जुन साहब लिखा रहे आ कि बिलावल राग दी वार है। इस वार दियां पौड़ियां दे गायन करता, उचारण करता जिहड़े ने वो सतगुरु गुरु रामदास महाराज जी ने। गुरमुखो आने वाले दिनां च आपां देखांगे, क्योंकि एक तां गुरु रामदास जी दी जी बाणी है 30 रागां विच है। दूसरा जिहड़ा मैं वारां दा जिक्र कर रहा 22 वारां विचों सब तो ज़्यादा वारां जिहड़ियां ने वो गुरु रामदास जी दियां उचारण कीतियां ने। सतगुरु गुरु रामदास महाराज जी ने 8 वारां अपनी रसना तो उचारण कीतियां ने। उन्हां 8 वारां विचों बिलावल राग दी ये वार है, चौथे सतगुरां ने उचारण कीती है। एक ओंकार सतगुर प्रसाद। इत्थे सतगुरु आरंभ विच ये मंगल दे रहे हैं। इनू वस्तु निर्देश मंगल भी किया जाता है। इसका मतलब एक है कि जदों रचनाकार कोई रचना करता है कविता विच, उत्ते वो अपने वालों जदों मंगल दिंदा है तो उसका मतलब ये हुंदा है भी जिहड़ा मंगल उत्ते दे दिता है ये सूचना दे रहा है कि अगे जिहड़ी तुसी रचना पढ़ोगे उस विच इहदा ही जिक्र होवेगा। ये मंगल है एक ओंकार। ਇਹਦਾ अर्थ पार ब्रह्म परमेश्वर वाहगुरू जी एक ने, सीधे अर्थ करिए आप अद्विती ने, उन्हां वर्गा होर दूजा कोई नहीं। उस पार ब्रह्म परमेश्वर नूं मिलण दा जिहड़ा वसीला है, उन्हां तक पहुँचण दा जिहड़ा जरिया है, जां उन्हां विच जिहड़ा सानूं अभेद कर सकदा है, वो सतगुर प्रसाद है। सतगुरां दी नदर, सतगुरां दी दयालता, सतगुरां दी किरपा है। ये सतगुरां ने बिलावल की वार महला चौथा लिख के ऊपर मंगल दे दिता। एक ओंकार
ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਚੌਥਾ। ਹੁਣ ਇਸ ਵਿੱਚ ਮੈਂ ਅਰਜ਼ ਕੀਤੀ ਗੁਰੂ ਰਾਮਦਾਸ ਜੀ ਦਾ ਇੱਕੋ ਸ਼ਲੋਕ ਹੈ ਤੇ ਉਹ ਵੀ ਸ਼ਲੋਕ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਦਰਜ ਕਰ ਦਿੱਤਾ। ਸ਼ਲੋਕ ਦਾ ਅਰਥ ਵੈਸੇ ਸਿਫਤ ਵੀ ਹੁੰਦਾ ਹੈ। ਇਹ ਹੈ ਕਿ ਭਾਈ ਗੁਰਸਿੱਖੋ, ਜਿਹੜਾ ਸ਼ਲੋਕ ਆਪ ਪੜ੍ਹਨ ਜਾ ਰਹੇ ਹੋ, ਜਿਸ ਸ਼ਲੋਕ ਨੂੰ ਤੁਸੀਂ ਕਥਾ ਕਰਨ ਜਾ ਰਹੇ ਹੋ, ਜਿਸ ਸ਼ਲੋਕ ਨੂੰ ਤੁਸੀਂ ਗਾਇਨ ਕਰਨ ਜਾ ਰਹੇ ਹੋ, ਜਿਸ ਸ਼ਲੋਕ ਦੀ ਵਿਚਾਰ ਕਰਨ ਜਾ ਰਹੇ ਹੋ, ਇਹ ਸ਼ਲੋਕ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ। ਹਰਿ ਉਤਮ ਹਰ ਪ੍ਰਭ ਗਾਵਿਆ। ਹੁਣ ਇੱਥੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਆ। ਹਰ ਉਤਮ ਹਰ ਪ੍ਰਭ ਗਾਵਿਆ। ਹਰ ਦਾ ਅਰਥ ਹੋ ਗਿਆ ਖਰੀ, ਪਰਮਾਤਮਾ ਵਾਹਿਗੁਰੂ ਜੀ, ਦੁੱਖਾਂ ਨੂੰ ਕਰਨ ਵਾਲਾ, ਖਰਿਆਂ ਭਰਿਆਂ ਕਰਨ ਵਾਲਾ, ਜਿਹੜੇ ਸਭ ਤੋਂ ਉੱਤਮ ਨੇ, ਜਿਹਦੇ ਤੋਂ ਉੱਚਾ, ਜਿੱਦਾਂ ਤੋਂ ਸ੍ਰੇਸ਼ਟ ਕੋਈ ਨਹੀਂ। ਕਹਿੰਦੇ ਨੇ ਭਾਈ ਗੁਰਸਿੱਖੋ, ਜਿਹੜੇ ਖਰੀ ਪਰਮਾਤਮਾ ਸਭ ਤੋਂ ਉੱਤਮ ਨੇ, ਸ੍ਰੇਸ਼ਟ ਨੇ, ਉਸ ਖਰੀ ਪਰਮੇਸ਼ਵਰ ਜਿਹਨੂੰ ਅਸਾਂ ਗਾਵਿਆ ਹੈ, ਉਸ ਪਰਮਾਤਮਾ ਦੀ ਸਿਫਤ ਕੀਤੀ, ਉਹਦਾ ਕੀਰਤਨ ਕੀਤਾ। ਤੇ ਕਿਸ ਰਾਗ ਵਿੱਚ ਕੀਤਾ? ਅੱਗੇ ਸਤਿਗੁਰੂ ਜ਼ਿਕਰ ਕਰ ਰਹੇ ਹਾਂ। ਕਰਨਾਦ ਬਿਲਾਵਲ ਰਾਗ। ਮਹਾਰਾਜ ਬਖਸ਼ਿਸ਼ ਕਰ ਰਿਹਾ ਕਰਨਾਦ ਬਿਲਾਵਲ ਰਾਗ। ਕਰਨਾਦ ਦਾ ਅਰਥ ਅਸੀਂ ਗਾਇਕੀ ਨਾਲ ਹੀ ਕਰਾਂਗੇ। ਉਂਝ ਨਾਦ ਦੇ ਲਫ਼ਜ਼ੀ ਅਰਥ ਤਾਂ ਬਹੁਤ ਨੇ, ਆਹਤ ਨਾਦ ਵੀ ਕਹੇ, ਅਨਹਦ ਨਾਦ ਵੀ ਕਹੇ, ਪਰ ਇੱਥੇ ਹੈ ਸਤਿਗੁਰੂ ਕਹਿੰਦੇ ਨੇ ਅਸੀਂ ਬਿਲਾਵਲ ਰਾਗ ਵਿੱਚ ਇਹਨੂੰ ਗਾਇਨ ਕੀਤਾ ਹੈ। ਹਰੀ ਪਰਮਾਤਮਾ ਜਿਹੜੇ ਸਭ ਤੋਂ ਸ੍ਰੇਸ਼ਟ ਨੇ, ਸਭ ਤੋਂ ਉੱਚੇ ਨੇ, ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਅਸੀਂ ਬਿਲਾਵਲ ਰਾਗ ਵਿੱਚ ਨਾਦ ਕਰਕੇ, ਕਹਿਣ ਤੋਂ ਮੁਰਾਦ ਕਿ ਬਿਲਾਵਲ ਰਾਗ ਦੇ ਵਿੱਚ ਉਸ ਪਰਮਾਤਮਾ ਨੂੰ ਗਾਉਣਾ ਕੀਤਾ ਹੈ। ਥੋੜਾ ਜਿਹਾ ਇਸ ਅੰਮ੍ਰਿਤ ਬਾਣੀ, ਇਸ ਤੁਕ ਤੇ ਆਪਾਂ ਜ਼ਰੂਰ ਵਿਚਾਰ ਕਰਨੀ ਹੈ। ਅੱਗੇ ਸਾਰਾ 2 ਸ਼ਲੋਕਾਂ 'ਚ ਪ੍ਰਕਰਨ ਇਹ ਚੱਲਣਾ ਹੈ। ਮੈਂ ਆਪ ਨੂੰ ਹੁਣੇ ਬੇਨਤੀ ਕੀਤੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਜਿਹੜੀ ਹੈ, ਇੱਕ ਤਾਂ ਆਪ ਨੂੰ ਪਤਾ ਹੈ ਕਾਵਕ ਰੂਪ ਹੈ, ਕਵਿਤਾ ਹੈ। ਇਹ ਵਾਹਿਗੁਰੂ ਇਸ ਕਵਿਤਾ ਦੇ ਅਰਥ ਆਮ ਕਵਿਤਾ ਨਹੀਂ ਕਰਨੇ, ਕਿਉਂਕਿ ਕਥਾ ਕਰਨ ਲਈ ਤਾਂ ਸਾਨੂੰ ਸ਼ਬਦ ਵਰਤਣੇ ਪੈਣਗੇ। ਜਦੋਂ ਛੰਦਾਬੰਦੀ ਦਾ, ਮਾਤਰਾ ਦਾ ਜ਼ਿਕਰ ਕਰਾਂਗੇ ਕਿ ਸਤਿਗੁਰਾਂ ਨੇ ਇਹ ਬਾਣੀ ਜਿਹੜੀ ਹੈ ਇਹ ਸਾਰੀ ਕਾਵ ਰੂਪ ਵਿੱਚ ਉਚਾਰਨ ਕੀਤੀ ਹੈ। ਉਸ ਵਿੱਚ ਹਜ਼ੂਰ ਪਾਤਸ਼ਾਹ ਜੀ ਨੇ ਜਦੋਂ ਬਾਣੀ ਉਚਾਰਨ ਕਰਦੇ ਆ ਤੇ ਉਸ ਵਕਤ ਹਜ਼ੂਰ ਨੇ ਰਾਗ ਦੀ ਵਰਤੋਂ ਕੀਤੀ ਹੈ। ਅਸੀਂ 30 ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪੜ੍ਹਨੇ, ਉਸ ਵਿੱਚ ਗੁਰੂ ਸਾਹਿਬਾਨਾਂ ਦੀ ਬਾਣੀ ਨੇ। ਵਾਹਿਗੁਰੂ ਜੀ ਜਦੋਂ ਗੁਰੂ ਅਰਜਨ ਸਾਹਿਬ ਨੇ ਸੰਪਾਦਨਾ ਕੀਤੀ, ਮੈਂ ਉਹਦਾ ਜ਼ਿਕਰ ਕਰ ਰਿਹਾ। ਹੁਣ ਅਸੀਂ 31 ਰਾਗ ਕਹਿੰਦੇ ਹਾਂ ਜਦੋਂ ਸੰਪੂਰਨਤਾ ਹੋਈ ਹੈ। 31 ਰਾਗਾਂ 'ਚ ਬਾਣੀ ਪੜ੍ਹਨੇ ਹਾਂ। ਇਸ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਪਰਮਾਤਮਾ ਦੀ ਸਿਫਤ ਹੈ ਉਸ ਨੂੰ ਰਾਗ ਦੇ ਵਿੱਚ ਗਾਇਨ ਕੀਤਾ ਹੈ। ਸਤਿਗੁਰਾਂ ਨੇ ਉਹਦੀ ਸਿਫਤ ਪਰਮਾਤਮਾ ਦੀ ਰਾਗਾਂ ਵਿੱਚ ਕੀਤੀ ਹੈ। ਸਾਰੀ ਬਾਣੀ ਜਿਹੜੀ ਹੈ, ਕੁਛ ਕੋਈ ਇੱਛਾ ਛੱਡ ਕੇ ਸਾਰੀ ਬਾਣੀ ਜਿਹੜੀ ਉਹ ਰਾਗ ਬੱਧ ਹੈ, ਉਹ ਰਾਗ ਦੀ ਬੰਦਿਸ਼ ਵਿੱਚ ਹੈ। ਥੋੜਾ ਜਿਹਾ ਸਤਿਗੁਰਾਂ ਨੇ ਇੱਕ ਹੋਰ ਬਖਸ਼ਿਸ਼ ਕੀਤੀ। ਜਦੋਂ ਅਸੀਂ ਬਾਣੀ ਦੇ ਰਾਗ ਦਾ ਜ਼ਿਕਰ ਕਰਨੇ ਆ, ਬਹੁਤ ਗਹਿਰਾ ਵਿਸ਼ਾ ਹੈ, ਵਿਦਵਾਨਾਂ ਦਾ, ਖਾਸ ਕਰਕੇ ਗਾਇਕੀ ਨਾਲ ਸੰਬੰਧਿਤ ਵੀਰਾਂ ਦਾ ਵਿਸ਼ਾ ਹੈ। ਸਤਿਗੁਰਾਂ ਨੇ ਇਸ ਰਾਗ ਦੇ ਭਾਂਡੇ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਕੀਤੀ ਹੈ, ਕਿਉਂਕਿ ਰਾਗ ਦਾ ਸੰਬੰਧ ਮੈਂ ਅਰਜ਼ ਕੀਤੀ ਗਾਇਕੀ ਨਾਲ ਹੈ। ਸਤਿਗੁਰਾਂ ਨੇ ਰਬਾਬ ਦੀ ਵਰਤੋਂ ਕੀਤੀ ਹੈ। ਜਦੋਂ ਸੰਗੀਤ ਵਿੱਚ ਕੋਈ ਚੀਜ਼ ਮਿਲਾ ਕੇ ਗਾਈ ਜਾਏਗੀ, ਫਿਰ ਬੇਨਤੀ ਸੁਣਿਓ ਕਿ ਸੰਗੀਤ ਇੱਕ ਰੱਬ ਦੀ ਉਹ ਦਾਤ ਹੈ। ਕਈ ਵਾਰੀ ਸ਼ਬਦ ਦੀ ਸਮਝ ਨਾ ਵੀ ਪੈਂਦੀ ਹੋਵੇ ਤੇ ਸੰਗੀਤ ਵੀ ਬੰਦੇ ਦੇ ਉੱਤੇ ਬੜਾ ਵੱਡਾ ਅਸਰ ਕਰ ਜਾਂਦਾ ਹੈ। ਸੰਗੀਤ ਇੱਥੇ ਇੱਕ ਵਾਰ ਮੈਂ ਅਰਜ਼ ਕੀਤੀ ਸੀ ਕਿ ਜਦੋਂ ਕੋਈ ਬੰਦਾ ਵਖਿਆਨ ਕਰਦਾ, ਕਿਉਂਕਿ ਇੱਥੇ ਥੋੜਾ ਜਿਹਾ ਰਾਗ ਦਾ ਜ਼ਿਕਰ ਹੋਣਾ 2 ਸ਼ਲੋਕਾਂ ਵਿੱਚ, ਤਾਂ ਮੈਂ ਇਹਦੀ ਵਿਆਖਿਆ ਕਰ ਰਿਹਾ ਕਿ ਜਦੋਂ ਅਸੀਂ ਕੋਈ ਵਾਰਤਕ ਸ਼ਬਦ ਬੋਲਦੇ ਹਾਂ, ਮੰਨ ਲਓ ਹੁਣ ਮੈਂ ਕਥਾ ਕਰ ਰਿਹਾ, ਮੈਂ ਪੰਜਾਬੀ ਬੋਲ ਰਿਹਾ, ਕੋਈ ਸ਼ਬਦ ਪਰਸ਼ੀਅਨ ਦਾ ਹੋ ਸਕਦਾ ਹੈ, ਕੋਈ ਬ੍ਰਿਜ ਭਾਸ਼ਾ ਦਾ ਹੋ ਸਕਦਾ ਹੈ, ਪਰ ਪੰਜਾਬੀ ਨੂੰ ਵਾਰਤਕ ਵਿੱਚ ਉਹੀ ਸਮਝੇਗਾ ਜਿਹਨੂੰ ਪੰਜਾਬੀ ਦੀ ਸਮਝ ਹੈ। ਮੰਨ ਲਓ ਪੰਜਾਬੀ ਕਿਸੇ ਅੰਗਰੇਜ਼ੀ ਬੋਲਣ ਵਾਲਾ, ਜਿਹਨੂੰ ਪੰਜਾਬੀ ਬਾਰੇ ਕੋਈ ਪਤਾ ਨਹੀਂ, ਅਸੀਂ ਉਹਦੇ ਕੋਲ ਬੋਲੀ ਉਹਨੂੰ ਸਮਝ ਨਹੀਂ ਪੈਣੀ। ਇੱਕ ਬੰਦਾ ਸੰਸਕ੍ਰਿਤ ਜਾਣਦਾ ਹੈ,
ਉਹ ਸੰਸਕ੍ਰਿਤ ਬੋਲਦਾ ਤੇ ਅਰਬੀ ਵਾਲੇ ਨੂੰ ਕੀ ਪਤਾ ਕੀ ਕੁਝ ਬੋਲ ਰਿਹਾ ਵਾਰਤਕ। ਮੇਰੇ ਕਹਿਣ ਤੋਂ ਮੁਰਾਦ ਜਦੋਂ ਕੋਈ ਬੰਦਾ ਵਿਖਿਆਨ ਕਰਦਾ, ਵਾਰਤਕ ਬੋਲਦਾ ਹੈ, ਜਿਸ ਭਾਸ਼ਾ ਵਿੱਚ ਬੋਲਦਾ ਹੈ, ਜਿਹੜਾ ਸਰੋਤਾ ਉਸ ਭਾਸ਼ਾ ਦਾ ਜਾਣਕਾਰ ਹੋਵੇਗਾ, ਉਸੇ ਨੂੰ ਹੀ ਉਸ ਦੀ ਸਮਝ ਪਏਗੀ, ਉਹੀ ਉਸ ਵਿਖਿਆਨ ਦਾ, ਉਸ ਸ਼ਬਦਾਵਲੀ ਦਾ ਆਨੰਦ ਮਾਣ ਸਕੇਗਾ। ਗੁਰਮੁਖੋ, ਪਰ ਕੀਰਤਨ ਗਾਇਕੀ ਇੱਕ ਐਸੀ ਰੱਬ ਦੀ ਦਾਤ ਹੈ ਕਿ ਸੰਗੀਤ ਪੂਰੇ ਬ੍ਰਹਿਮੰਡ ਦੀ ਆਵਾਜ਼ ਹੈ। ਭਾਵੇਂ ਬੰਦੇ ਨੂੰ ਸੁਰ ਦਾ ਰੰਚਕ ਮਾਤਰ ਵੀ ਗਿਆਨ ਨਾ ਹੋਵੇ, ਪਰ ਜਦੋਂ ਕੋਈ ਸੰਗੀਤ ਵਿੱਚ ਪਾ ਕੇ ਕੋਈ ਚੀਜ਼ ਗਾਉਂਦਾ ਹੈ, ਹਕੀਕਤ ਇਹ ਵੇ ਸ਼ਬਦ ਨਾਮ ਹੀ ਸਮਝ ਪਏ, ਸੰਗੀਤ ਸੁਣ ਕੇ ਬੰਦਾ ਜਿਹੜਾ ਉਹ ਝੂਮਣ ਲੱਗ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ ਜੀ? ਉਹਨਾਂ ਨੇ ਸੰਗੀਤ, ਉਹਨਾਂ ਨੇ ਰਾਗ ਇੱਕ ਜ਼ਰੀਆ ਬਣਾਇਆ ਹੈ। ਕਿਉਂਕਿ ਇੱਥੇ ਇਹ ਵੀ ਅਰਜ਼ ਕਰਨੀ ਹੈ, ਗੁਰਬਾਣੀ ਸ਼ਬਦ ਪ੍ਰਧਾਨ ਹੈ, ਕੇਵਲ ਰਾਗ ਦੀ ਪ੍ਰਦਰਸ਼ਨੀ ਨਹੀਂ। ਫਿਰ ਅਰਜ਼ ਕਰ, ਰਾਗ ਵਿੱਚ ਸ਼ਬਦ ਨੂੰ ਗਾਣਾ ਹੈ, ਪਰ ਸ਼ਬਦ ਦੀ ਪ੍ਰਧਾਨਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ। ਰਾਗ ਨੂੰ ਇਗਨੋਰ ਨਹੀਂ ਕਰਨਾ। ਜਿਵੇਂ ਸਾਡੇ ਇਤਿਹਾਸ ਵਿੱਚ ਇੱਕ ਬਚਨ ਆਉਂਦਾ ਹੈ ਕਿ ਭਾਈ ਮਰਦਾਨਾ ਸਾਹਿਬ ਜੀ ਦਾ ਅਸੀਂ ਜ਼ਿਕਰ ਕਰਨੇ, ਤੇ ਉਹਨਾਂ ਬਾਰੇ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜੇ ਦੋ ਸ਼ਬਦ ਖਾਸ ਕਰਕੇ ਵਰਤੇ। ਇੱਕ ਤਾਂ ਇਹ ਹੈ, ਭਲਾ ਰਬਾਬ ਵਜਾਏਂਦਾ ਮਜਲਸ ਮਰਦਾਨਾ, ਮਰਦਾਨਾ ਮੇਰਾਸੀ, ਕਿ ਭਾਈ ਮਰਦਾਨਾ ਜੀ ਸੰਗਤ ਵਿੱਚ ਬਹੁਤ ਸੋਹਣੀ ਰਬਾਬ ਵਜਾਉਂਦੇ ਨੇ। ਦੂਸਰਾ ਉਹਨਾਂ ਸ਼ਬਦ ਵਰਤਿਆ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਆਕਾਰ ਰੂਪ, ਦੂਜਾ ਰਬਾਬੀ ਮਰਦਾਨਾ। ਭਾਈ ਮਰਦਾਨਾ ਜੀ ਦਾ ਜ਼ਿਕਰ ਕੀਤਾ। ਜਦੋਂ ਸਤਿਗੁਰੂ ਨੂੰ ਮਿਲਦੇ ਨੇ, ਭਾਈ ਮਨੀ ਸਿੰਘ ਉਹਨਾਂ ਨੇ ਇੱਕ ਸ਼ਬਦ ਲਿਖਿਆ ਸਿੱਖਾਂ ਦੀ ਭਗਤ ਮਾਲ ਵਿੱਚ। ਇਹ ਇਸ ਦੀ ਵਿਆਖਿਆ ਕਰਦੇ ਆ, ਭਲਾ ਰਬਾਬ ਵਜਾਏਂਦਾ ਮਜਲਿਸ ਮਰਦਾਨਾ ਮੇਰਾਸੀ। ਉਹਦੇ ਵਿੱਚ ਉਹ ਕਹਿੰਦੇ ਹਜ਼ੂਰ ਵਨ ਦੇ ਥੱਲੇ ਵਿਸ਼ਰਾਮ ਕਰ ਰਹੇ ਨੇ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਸਰਵਣਾਂ ਦੇ ਵਿੱਚ ਕਿਸੇ ਦੇ ਗਾਉਣ ਦੀ ਆਵਾਜ਼ ਪਈ। ਉੱਠੇ, ਦੇਖਿਆ ਭਾਈ ਮਰਦਾਨਾ ਜੀ ਗਾ ਰਹੇ ਸਨ। ਸਤਿਗੁਰੂ ਨੇ ਨਜ਼ਦੀਕ ਬੁਲਾਇਆ, ਸੁਰ ਇੰਨੇ ਕਮਾਲ ਦੀ ਲਾਈ ਉਹਨਾਂ ਨੇ। ਮਹਾਰਾਜ ਜੀ ਨੇ ਸ਼ਬਦ ਕਹੇ, ਵੇ ਮਰਦਾਨਿਆਂ, ਇਹ ਸ਼ਬਦ ਸੁਣਿਓ, ਤੈਨੂੰ ਰਾਗ ਦੀ ਸੋਝੀ ਹੈ, ਜੇ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਏ, ਤੇਰਾ ਦੀਨ ਦੁਨੀ ਦੋਹੀਂ ਥਾਈਂ ਭਲਾ ਕਰੀਏ। ਇਹਦਾ ਮਤਲਬ ਤੇਰੇ ਕੋਲ ਸੁਰ ਹੈ, ਤੇਰੇ ਕੋਲ ਰਾਗ ਹੈ, ਤੇ ਜੇ ਤੂੰ ਰਾਗ ਵਿੱਚ ਪਾ ਕੇ ਰੱਬ ਦੀ ਸਿਫਤ ਦੀ ਬਾਣੀ ਗਾਏਗਾ, ਯਾਦ ਰੱਖੀ ਆ ਸੰਸਾਰ ਨੂੰ ਖੁਸ਼ ਕਰਨ ਲਈ ਸੁਰ ਲਾਏਗਾ, ਕੋਈ ਬੰਦਾ ਪ੍ਰਸੰਨ ਹੋਵੇਗਾ, ਕੁਝ ਨਹੀਂ ਹੋਵੇਗਾ, ਪਰ ਜਦੋਂ ਤੂੰ ਸੁਰਾਂ ਵਿੱਚ ਰਾਗ ਵਿੱਚ ਪਾ ਕੇ ਪਰਮਾਤਮਾ ਦਾ ਸ਼ਬਦ ਗਾਏਗਾ, ਇਸ ਸ਼ਬਦ ਦੇ ਗਾਉਣ ਨਾਲ ਤੇਰਾ ਲੋਕ ਵੀ ਭਲਾ ਹੋਵੇਗਾ ਤੇ ਤੇਰਾ ਪਰਲੋਕ ਵੀ ਭਲਾ ਹੋਵੇਗਾ। ਇਸ ਨੂੰ ਥੋੜਾ ਜਿਹਾ ਫਿਰ ਇੱਕ ਬੇਨਤੀ ਜੀ ਸਮਝਣ ਲਈ, ਸ਼੍ਰੀਮਾਨ ਡਾਕਟਰ ਭਾਈ ਬਲਬੀਰ ਸਿੰਘ ਜੀ, ਉਹਨਾਂ ਦੀ ਇੱਕ ਪੁਸਤਕ ਹੈ, ਸਾਰੇ ਵਿਦਵਾਨ ਜਾਣਦੇ ਆ ਕਥਾ ਵਾਲੇ, ਲੰਮੀ ਨਦਰ। ਉਸ ਵਿੱਚ ਜਿਹੜਾ ਪਹਿਲਾ ਚੈਪਟਰ ਹੈ ਉਹ ਹੈ ਰਬਾਬ। ਰਬਾਬ ਤੇ ਉਹਨਾਂ ਲਿਖਿਆ। ਉਸ ਅਧਿਆਏ ਦੀ ਸ਼ੁਰੂਆਤ ਡਾਕਟਰ ਬਲਬੀਰ ਸਿੰਘ ਜੀ ਜਦੋਂ ਕਰਦੇ ਆ, ਤੇ ਉਹ ਕਹਿੰਦੇ ਆ ਕਿ 1000 ਕੁ ਸਾਲ ਪਹਿਲਾਂ ਬੁਖਾਰੇ ਦੀ ਧਰਤੀ ਤੇ, ਫਿਰ ਮੈਂ ਬੇਨਤੀ ਕਰਾਂਗਾ, ਆਪਾਂ ਫਿਰ ਇਸੇ ਵਿਸ਼ੇ ਤੇ ਆ ਰਹੇ ਹਾਂ ਕਿ ਸਤਿਗੁਰੂ ਕਹਿੰਦੇ ਅਸੀਂ ਪਰਮਾਤਮਾ ਦੀ ਸਿਫਤ ਕੀਤੀ ਜਿਹੜਾ ਸਭ ਤੋਂ ਸ੍ਰੇਸ਼ਟ ਹੈ, ਤੇ ਰਾਗ ਬਿਲਾਵਲ ਦੇ ਵਿੱਚ ਉਹਦੀ ਸਿਫਤ ਕੀਤੀ। ਮੈਂ ਥੋੜੀ ਜੀ ਰਾਗ ਸੰਬੰਧੀ ਬੜੀ ਸੰਖੇਪ ਜੀ ਕਿ ਇਹ ਸੰਗੀਤ ਵਿੱਚ ਰਾਗ ਵਿੱਚ ਕਿੰਨੀ ਕੁ ਤਾਕਤ ਹੈ। ਉਹ ਕਹਿੰਦੇ 1000 ਕੁ ਸਾਲ ਪਹਿਲਾਂ ਬੁਖਾਰੇ ਦੀ ਧਰਤੀ ਤੇ ਇੱਕ ਇਨਸਾਨ ਹੋਇਆ ਜਿਸ ਦਾ ਨਾਮ ਸੀ ਅਬੂ ਨਸਰ। ਜਿਸ ਪਿੰਡ ਵਿੱਚ ਰਹਿੰਦਾ ਸੀ ਉਹਦਾ ਨਾਮ ਸੀ ਫਰਾਬ। ਫਰਾਬ ਦਾ ਰਹਿਣ ਵਾਲਾ ਹੈ, ਨਾਮ ਇਹਦਾ ਅਬੂ ਨਸਰ ਹੈ। ਇਹ ਬੜਾ ਸਿਆਣਾ ਵਿਅਕਤੀ ਸੀ, ਇਹ ਫਿਲਾਸਫਰ ਸੀ, ਇਹ ਗਵਈਆ ਸੀ, ਇਹ ਸੱਚੀ ਮੁੱਚੀ ਸੰਗੀਤਕਾਰ, ਸੰਗੀਤ ਸਾਜ਼ ਵਜਾਉਣ ਦਾ ਬਹੁਤ ਧਨੀ ਸੀ। ਜਿੱਥੇ ਇਹ ਫਕੀਰ ਸੀ, ਦਾਰਸ਼ਨਿਕ ਸੀ, ਗਵਈਆ ਸੀ, ਸਜੰਦਾ ਸੀ, ਸਭ ਤੋਂ ਉੱਤਮ ਇਹਦੀ ਇੱਕ ਖੂਬੀ ਸੀ, ਇਹ ਬੰਦਾ ਸਬਰ ਵਿੱਚ ਜ਼ਿੰਦਗੀ ਜੀਂਦਾ ਸੀ। ਜਿੰਨੇ ਕੁ ਵਜ਼ੀਫੇ ਵਿੱਚ ਪੈਸੇ ਮਿਲਦੇ ਸਨ, ਤਨ ਨਿਰਵਾਹ ਬਾਤਰ ਰੱਖ ਕੇ ਬਾਕੀ ਇਹ ਲੋੜਵੰਦਾਂ ਦੇ ਵਿੱਚ ਵੰਡ ਦਿੰਦਾ ਸੀ। ਇੱਕ ਬਹੁਤ ਅਮੀਰ ਬੰਦਾ ਇਸ ਹਕੀਮ ਫਰਾਬੀ ਨੂੰ, ਇਹ ਹਕੀਮ ਵੀ ਸੀ, ਅਬੂ ਨਸਰ ਨੂੰ ਮਿਲਣਾ ਚਾਹੁੰਦਾ ਹੈ। ਪਰ ਹਕੀਮ ਫਰਾਬੀ, ਮੈਂ ਅਰਜ਼ ਕੀਤੀ ਫਰਾਬ ਕਰਕੇ ਦਾ ਨਾਮ ਫਰਾਬੀ ਹੈ,
नाम असल च ਇਹਦਾ ਸੀ ਅਬੂ ਨਸਰ। एक अमीर बंदा ਨੂੰ मिलना चाहता है, पर अबू नसर ਉਹਨੂੰ नहीं मिलना पसंद करता। कुछ महीने लंघ गए, उस अमीर ਦੇ घर ਵਿੱਚ ਇੱਕ महफिल सजी हुई सी। ਉਹਦੇ ਵਰਗੇ ਆਪਣੇ ਬੰਦੇ अमीर इकट्ठे होए। अबू नसर ਉਹਦੇ घर ਅੱਗੋਂ निकलिया। ਉਹਨੇ ਜਦੋਂ रौला सुनिया महफिल ਵਿੱਚ ਤੇ ਉਹ दरवाज़ा टप के अंदर चला गया। हकीम फराबी ਦੇ कपड़े बड़े पाटे जै जी, साध मुरादे जे कपड़े, लीरां जियां मोढियां तो अरकां तो पाटे हुए कपड़े। जदों अंदर प्रवेश किया, उस अमीर बंदे दे घर च आए कोई जिहड़े रिश्तेदार सन, इनू वेख के हसन लग पे, मजाक उड़ान लग पे। जदों मजाक उड़ाया तो कहने अबू नसर ने की कीता, अपनी बगल दे विच एक साज सी, इन्हें साज कढ़िया जिवें इनू टिचरा करन, मजाक करन। इनू साज वजाया तो ये वजान ते गाउन की तसीर इन्ने कमाल दी सी कि सारी दी सारी महफिल ना पहला मजाक उड़ा रही सी, इन्हें इस ढंग नाल गाया, इस सुर विच गाया कि सारी दी सारी महफिल खिड़खड़ा के हसन लग पई। जदों हस रहे सन, इन्हें फिर सुर बदली, जिवें आपां कह लीए परदा बदलिया, राग बदलिया। जदों राग बदल के दोबारा गाया तो सारी दी सारी महफिल जिहड़ी है, जिहड़े हसदे पए सन उच्ची उच्ची रोन लग पे, क्योंकि संगीत विच इन्नी ताकत है। सारे रोन लग पे। उन्हें तीजा परदा बदलिया जी, जिन्ने रो रहे सन, तीजे परदे विचों सी गायकी का असर इन्ना होया कि रोंदे कोई सारे मदहोश हो के जमीन ते डिग के सौ गए। फिर सुनियो, उस दे गाउन विच ते वजाउण विच इन्नी कमाल दी वो तसीर है। उसने महफिल नूं हसा दिता, फिर रुवा दिता, ते फिर सवा भी दिता। ते जान लग्या वो एक कागज़ के टुकड़े ते लिख गया सी तां अरबी विच। उहदे बारे डॉक्टर साहब लिखते ने, उन्हें लिखा कि आपने हकीम फराबी को मिलना था, वो आया, आपने मजाक उड़ाया, हकीम फराबी तुमको हंसा के, रुला के और सुला के जा रहा है। फिर बेनती, तुसी मैनू बुलाया, तुसी मैनू मिलना चाहता सा, पर तुसी मजाक उड़ाया, मैं तुहानू हसा के, रुआ के ते सुवा के जा रहा। डॉक्टर साहब इत्थे गल बड़ी प्यारी करते हैं। वो कहते हैं, दुनिया के लोगों, हकीम फराबी कोल गायकी का गुण है, पर ओदी गायकी विच सिर्फ 3 गल्लां ने। किसे महफिल नूं हसा सकदा है, किसे इकट्ठ नूं रवा सकदा है, किसे इकट्ठ नूं सवा सकदा है, पर गुरु नानक साहब दी रबाब विच एक चौथा पड़दा है। जदों गुरु नानक साहब दी रबाब वजदी है, एक करोड़ा जन्मां दे सुत्तिया होया नूं जगा सकदा है। सच ये वे, ये संगीत दी, ये गुरु नानक साहब दी बख्शिश है। मैं कई बारी कहना, गुरमुखो, जिस नूं रब ने कीर्तन दी दात दिती, वो कीर्तन करदियां रोम रोम शुक्र करे, क्योंकि कीर्तन भागां वालियां नूं नसीब हुंदा है। कीर्तन नरमोलक हीरा है। गुरु रामदास महाराज कह रहे हैं कि असी गाया बिलावल राग दे अंदर। इत्थे मैं फिर बेनती कर दियां कि राग ओही चंगा, क्योंकि दोनों पक्ष होणगे। जिथे श्री राग च गाया परमात्मा नूं, महाराज ने शब्द वरते है, रागां विच श्री राग है जे सच धरे प्यार। कहते ने श्री राग रागां विचों बहुत श्रेष्ठ है, पर श्रेष्ठ तां है जे श्री राग गाउंदियां गाउंदियां तेरा सत नाम नाल प्यार बन जाए। महाराज कहते ने, गौड़ी राग सुरखणी जे खसमें चित करे। गौड़ी राग बड़ा चंगा है, पर याद रखी तां चंगा है जे इस राग नूं गा के तेरे अंदर खसम दा चेता आ जाए, खसम याद आ जाए। सोरठ सदा सुहावनी, सोरठ राग रागनी, ये भी बहुत चंगी है। महाराज कहते ने, पर शर्त जे तेरे अंदर परमात्मा का नाम वस जाए। महाराज कहते हैं कि जे मन सच्चा होए, महाराज जी कह रहे हैं, जे तेरे अंदर सच वस गया, फिर मैं बेनती करांगा कि वो गायकी, वो गाउणा सफल है प्यारिओ, जिहदे नाल साडी पार ब्रह्म परमेश्वर नाल सांझ बन जाती है। पर जे अंदर कपट होवे,
ਛਲ ਹੋਵੇ ਖਿਮਾ ਕਰ ਦਿਆ ਜੇ ਮੈਂ ਕਿਸੇ ਨੂੰ ਕੋਈ ਲਾ ਕੇ ਗੱਲ ਨਹੀਂ ਕਰ ਰਿਹਾ, ਚਾਹੇ ਕਥਾ ਹੋਵੇ, ਚਾਹੇ ਕੀਰਤਨ ਹੋਵੇ, ਚਾਹੇ ਵਖਿਆਨ ਹੋਵੇ, ਸ਼ਬਦਾਵਲੀ ਗੁਰਬਾਣੀ ਦੀ ਹੋਵੇ, ਸੁਰ ਰਾਗ ਦੀ ਹੋਵੇ, ਤੇ ਅੰਦਰ ਵਾਲੀ ਬਿਰਤੀ ਹੋਵੇ, ਮੈਂ ਸ਼ਬਦ ਰਾਹੀਂ ਕਿਸੇ ਦੇ ਅੰਦਰ ਨੂੰ ਚੋਟ ਮਾਰਨੀ ਹੈ। ਮੇਰਾ ਗੁਰੂ ਕਹਿੰਦਾ ਤੂੰ ਗਾ ਨਹੀਂ ਰਿਹਾ, ਤੂੰ ਕਪਟ ਵਿੱਚ ਰੋ ਰਿਹਾ, ਤੇਰੀ ਗਾਇਕੀ ਗੁਰੂ ਘਰ ਵਿੱਚ ਪ੍ਰਵਾਨ ਨਹੀਂ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਪਿਆਰਿਓ, ਜੇ ਅੰਦਰ ਕਪਟ ਛਾਲੇ ਕਾਦੀ ਗਾਇਕੀ, ਕਾਦੀ ਕਥਾ ਤੇ ਕਾਦਾ ਕੀਰਤਨ। ਮੈਂ ਇੱਥੇ ਥੋੜੀ ਜਿਹੀ ਇੱਕ ਹੋਰ ਬੇਨਤੀ ਕਰਦਿਆਂ, ਗੁਰੂ ਸਾਹਿਬ ਨੂੰ ਜਦੋਂ ਪੁੱਛਦੇ ਆ ਸਿੱਖ ਮਹਾਰਾਜ ਕਥਾ ਤੇ ਕੀਰਤਨ, ਹਜ਼ੂਰ ਨੇ ਬਚਨ ਕੀਤਾ, ਗੁਰੂ ਪੰਚਮ ਪਾਤਸ਼ਾਹ ਜੀ ਨੇ ਕਹਿਣ ਲੱਗੇ ਕੀਰਤਨ ਪੁੱਤਰ ਹੈ, ਕਥਾ ਮਾਂ ਹੈ। ਜਿਵੇਂ ਮਾਂ ਪੁੱਤਰ ਨਾਲ ਸ਼ੋਭਦੀ ਹੈ, ਕਥਾ ਤਾਂ ਸ਼ੋਭਦੀ ਹੈ ਜੇ ਕੀਰਤਨ ਹੋਵੇ ਤਾਂ। ਸਿੱਖ ਪੁੱਛਦੇ ਨੇ ਮਹਾਰਾਜ ਆਪ ਜੀ ਕੀਰਤਨ ਨੂੰ ਪੁੱਤਰ ਕਹਿ ਰਹੇ ਹੋ, ਕਥਾ ਨੂੰ ਮਾਂ ਕਹਿ ਰਹੇ ਹੋ, ਫਿਰ ਕਥਾ ਦੇ ਭਰਤਾ ਪਤੀ ਦਾ ਨਾਮ ਕੀ ਹੈ? ਕੀਰਤਨ ਦਾ ਬਾਪ ਪਿਤਾ ਕੌਣ ਹੈ? ਹਜ਼ੂਰ ਨੇ ਫਰਮਾਇਆ ਪ੍ਰੇਮ। ਪ੍ਰੇਮ ਹੈ ਤੇ ਕਥਾ ਸ਼ੋਭਦੀ ਹੈ, ਗੁਰਮੁਖੋ ਪ੍ਰੇਮ ਹੈ ਤੇ ਕੀਰਤਨ ਸ਼ੋਭਦਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੱਜ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਨੇ ਅਸੀਂ ਬਿਲਾਵਲ ਰਾਗ ਦੇ ਅੰਦਰ ਖਰੀ ਪਰਮਾਤਮਾ ਜਿਹੜੇ ਸਭ ਤੋਂ ਸ੍ਰੇਸ਼ਟ ਨੇ, ਸਭ ਤੋਂ ਉੱਤਮ ਨੇ, ਬਿਲਾਵਲ ਰਾਗ ਦੀਆਂ ਸੁਰਾਂ ਲਾ ਕੇ ਉਸ ਪਰਮਾਤਮਾ ਨੂੰ ਗਾਇਨਾ ਕੀਤਾ ਹੈ। ਉਪਦੇਸ਼ ਗੁਰੂ ਸੁਣ ਮੰਨਿਆ। ਹੁਣ ਅਗਲੀ ਬੇਨਤੀ, ਕੱਲੀ ਗਾਇਕੀ ਨਾ ਰਹੇ, ਕੱਲੀ ਕਥਾ ਨਾ ਰਹੇ। ਮਹਾਰਾਜ ਕਹਿੰਦੇ ਨੇ ਜੋ ਗੁਰੂ ਜੀ ਉਪਦੇਸ਼ ਦੇਣ, ਫਿਰ ਬੇਨਤੀ ਸੁਣਿਓ, ਚਾਹੇ ਉਹ ਕੀਰਤਨ ਵਿੱਚ ਗਾਇਆ ਜਾਏ, ਚਾਹੇ ਉਹ ਪਾਠ ਰੂਪ ਵਿੱਚ ਪੜ੍ਹਿਆ ਜਾਏ, ਭਾਵੇਂ ਉਹਨੂੰ ਆਪਾਂ ਵਿਆਖਿਆ ਰੂਪ ਵਿੱਚ ਕਰੀਏ, ਜਿਹੜਾ ਉਪਦੇਸ਼ ਸਤਿਗੁਰਾਂ ਨੇ ਦਿੱਤਾ ਹੈ ਉਸ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਅਸੀਂ ਮੰਨਿਆ ਹੈ। ਥੋਰ ਮਸਤਕ ਪੂਰਾ ਭਾਗ, ਫਿਰ ਨਾਲ ਬਖਸ਼ਿਸ਼ ਕੀਤੀ ਉਹਨੇ। ਮਹਾਰਾਜ ਕਹਿੰਦੇ ਨੇ ਭਾਈ ਇਹ ਧੁਰ ਦਰਗਾਹ ਤੋਂ ਪਰਮੇਸ਼ਵਰ ਨੇ ਜਿਹੜੇ ਭਾਗ ਲਿਖੇ, ਪਰਮਾਤਮਾ ਦੇ ਲਿਖਤ ਅਨੁਸਾਰ ਭਾਈ ਗੁਰੂ ਦਾ ਉਪਦੇਸ਼ ਉਹੀ ਮੰਨਦਾ ਜਿਹਦੇ ਉੱਤੇ ਰੱਬ ਦੀ ਕਿਰਪਾ ਹੋਵੇ। ਮੇਰੀ ਫਿਰ ਬੇਨਤੀ ਹੈ ਗੁਰਮੁਖੋ, ਸਾਰੀ ਬਾਣੀ ਮੰਨਣ ਤੇ ਜ਼ੋਰ ਦਿੰਦੀ ਹੈ। ਸਿਆਣੇ ਲੋਕ ਇਹ ਕਹਿੰਦੇ ਆ ਕਿ ਸੁਣਨਾ ਮੰਨਣਾ ਤੇ ਨਿਧਿਆਸਨ ਦਾ ਜ਼ਿਕਰ ਵਿਦਾਂਤ ਕਰਦਾ ਹੈ। ਗੁਰੂ ਸਾਹਿਬ ਨੇ ਬੜਾ ਸਿੱਧਾ ਜਿਹਾ ਸਾਨੂੰ ਸਮਝਾਇਆ ਜੀ, ਸੁਣਿਆ ਮੰਨਿਆ ਮਨ ਕੀਤਾ ਭਾਓ। ਗੁਰੂ ਦੇ ਉਪਦੇਸ਼ ਨੂੰ ਸੁਣਿਆ, ਉਹਨੂੰ ਫਿਰ ਮੰਨਿਆ। ਪਿਆਰਿਓ, ਮੰਨਣ ਵਿੱਚ ਮਜਬੂਰੀ ਨਹੀਂ। ਅਗਲਾ ਸ਼ਬਦ ਸਤਿਗੁਰਾਂ ਨੇ ਵਰਤਿਆ ਹੈ ਭਾਓ, ਪ੍ਰੇਮ ਨਾਲ ਸ਼ਰਧਾ ਨਾਲ ਗੁਰੂ ਦੇ ਬਚਨ ਨੂੰ ਮੰਨ ਲਿਆ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾ ਹੋ। ਜਿਹੜਾ ਸੁਣ ਲੈਂਦਾ ਹੈ, ਮੰਨ ਲੈਂਦਾ ਹੈ, ਭਾਵਨਾ ਧਾਰ ਲੈਂਦਾ ਹੈ, ਪਿਆਰਿਓ ਉਹਦਾ ਅੰਦਰ ਹੀ ਤੀਰਥ ਬਣ ਜਾਂਦਾ, ਉਹ ਆਪਣੇ ਅੰਦਰ ਹੀ ਇਸ਼ਨਾਨ ਕਰੀ ਜਾਂਦਾ ਹੈ। ਫਿਰ ਬੇਨਤੀ, ਜੋ ਗੁਰੂ ਜੀ ਕਹਿੰਦੇ ਨੇ ਉਹਨੂੰ ਜ਼ਿੰਦਗੀ 'ਚ ਬੰਨਾ ਮੰਨਣ ਲੱਗ ਪਏ। ਤੇ ਮੈਂ ਹੋਰ ਬੇਨਤੀ ਕਰਾਂ, ਅਸੀਂ ਸਾਰੇ ਮੰਨ ਸਕਨੇ ਆ, ਆਪਣੇ ਆਪਣੇ ਮਨ ਦੀ ਤਾਂ ਸਭ ਨੂੰ ਪਤਾ ਹੈ ਜੀ। ਕਿਹੜਾ ਬੰਦਾ ਜਿਹੜਾ ਕਹਿੰਦਾ ਹਾਂ ਇਹ ਗੱਲ ਵੱਖਰੀ, ਕੋਈ ਦਿਮਾਗੀ ਤੌਰ ਤੇ ਬਿਮਾਰ ਹੋਵੇ ਮੈਂ ਉਹਦੇ ਬਾਰੇ ਨਹੀਂ ਕਹਿੰਦਾ। ਉਂਝ ਕੋਈ ਬੰਦਾ ਐਸਾ ਨਹੀਂ ਜਿਸ ਬੰਦੇ ਨੂੰ ਆਪਣੇ ਮਨ ਦੀ ਹਰਕਤ ਦਾ ਨਹੀਂ ਪਤਾ। ਸਭ ਨੂੰ ਪਤਾ ਹੈ ਚੰਗਾ ਕੀ ਤੇ ਬੰਦਾ ਕੀ, ਸਾਰੇ ਜਾਣਦੇ ਆਪਾਂ। ਪਰ ਕਰੀਏ ਕੀ, ਉਹ ਫਿਰ ਭਲੇ ਭਲੇਰੇ ਬਾੜੋ ਬਣਨੇ ਆ। ਗੁਰੂ ਜੀ ਕਹਿੰਦੇ ਨੇ ਜੋ ਗੁਰੂ ਜੀ ਕਹਿੰਦੇ ਨੇ ਇਹਨੂੰ ਸਤ ਬਚਨ ਕਰਕੇ ਮੰਨ ਲੈ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕੀਤੇ, ਇਤ ਮਾਰਗ ਚੱਲੇ ਭਾਈੜੇ ਗੁਰ ਕਹੇ ਸੁਕਾਰ ਕਮਾਏ ਜੀਓ। ਤਾਂ ਮਹਾਰਾਜ ਜੀ ਨੇ ਕਿਹਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਜਿਹੜਾ ਮੰਨ ਲੈਂਦਾ ਹੈ, ਤੇ ਨਾਲ ਮਹਾਰਾਜ ਕਹਿੰਦੇ ਮਨ ਦਾ ਵੀ ਉਹ ਹੈ ਜਿਹਦੇ ਧੁਰ ਦਰਗਾਹ ਤੋਂ ਪ੍ਰਮਾਤਮਾ ਨੇ ਲੇਖ ਲਿਖੇ ਨੇ। 10 ਇੱਕ ਦਿਨ ਪਾਠ ਕਰਦੇ ਹਾਂ ਜੀ, ਮਹਾਰਾਜ ਦਾ ਬਚਨ ਆਇਆ, ਵੇਖੋ ਸ੍ਰੀ ਰਾਗ 'ਚ ਹੈ, ਸੁਣਨਾ ਮੰਨਣਾ ਗਾਉਣਾ ਤੇ ਪ੍ਰੇਮ ਕਰਨਾ। ਮਹਾਰਾਜ ਨੇ ਜਿਹੜਾ ਮੰਨਣਾ ਹੈ ਨਾ ਜੀ, ਮੰਨਣਾ, ਇਹਨੂੰ ਮਿੱਠੇ ਨਾਲ ਤੁਲਨਾ ਦਿੱਤੀ। ਕਿਉਂਕਿ ਪੁਰਾਤਨ ਸਮੇਂ ਅੱਜ ਤੇ ਲੋਕ ਬਿਮਾਰ ਬਹੁਤ ਆ, ਸ਼ੂਗਰ ਵੀ ਕੌੜਾ ਬਣ ਗਿਆ ਜੀ। ਉਂਝ ਵੈਸੇ ਮਹਾਰਾਜ ਨੇ ਇਹ ਵੀ ਕਿਹਾ ਸੀ, ਖਸਮ ਵਿਸਾਰ ਕੀ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ।
पर मैं बेनती करांगा मिठास नूं सब तो उच्चा किया। गुरु नानक साहब बचन करदे आ भाई जेड़ा अपने सतगुरु दे बचन नूं मन लैंदा है समझो मनण वाला मिठे दा रस ले रहा। सब रस मिठा है, मन्निया सुनिया सलोने। शब्द नूं सुनना नमकीन कह, मन लेना मिठास कह। खट तुरसी मुख बोलना, खट तुरसी कह मुख तो गुरु दे बचन करने बोलना सिमरन करना। मारन नाद किए गुरमुखो कीर्तन करना। ते इस तरह जिवें मसाला पाना होवे 36 अमृत भाओ एक जाको नदर करे। 36 प्रकार का भोजन है जिहड़ा गुरमुखो प्यार करेगा। फिर इसनूं सुनियो बाहर दे रसां नाल सतगुरां ने रूहानीयत का सुनना बोलना गाना ते मनना ते प्रेम उहदा जिक्र किया। फिर अर्ज करना मनना मिठास है, सुनना सलोना है, खट तुरसी मुख तो बोलना है, कीर्तन करना मसाला है। 36 प्रकार का भोजन बन जाता है जदों सुनन वाला मनन वाला बोलन वाला धुर अंदरों रब जी नूं प्यार करता है। महाराज सच्चे पातशाह जी बख्शिश कर रहे आ कि भाई गुरसिखो जिन्हां ने सुन के मन लिया उपदेश नूं उन्हां दे भाग बहुत चंगे ने। हजूर ने कहा सी उस बचन नूं मन्निया है। सब दिन सुरैन गुण उचरै। फिर अगली बख्शिश की होई जदों बिलावल राग दे विच परमात्मा जी नूं गाया शब्द गाया उस शब्द ने धुर अंदर इन्ना असर कर दिता जी दिन ते रात सवेरे ते शाम कोई समा ऐसा नहीं जदों अपनी रसना तो सतनाम वैगुरू उचारदे नहीं। पार ब्रह्म परमेश्वर का उचारण किया है। हर 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 उर लिव लाग। अठे पैर उस खरी परमात्मा वैगुरू उस नाल लिव लागी। भाई महाराज कहते ने गाया है मन्निया है अठे पैर ओदी सिफत करने आ। हुण अठे पैर परमात्मा विच लिव लगी है। सब तन मन हरिया होया। हुण इत्थे बख्शिश की होई तन भी खरा हो गया भाई ते मन भी खरा हो गया है। महाराज कहते ये कीर्तन दी बाणी दी पारस कला है कि सुके कोई हिरदे खरे हो गए। तन मन दोनों खरियावल विच आए कन। मन खिड़िया हरिया बाग। महाराज कहते ने भाई जी अंदर इन्नी बख्श ये सतगुरु गुरु रामदास जी का अपना निजी जीवन है। कहते गुरसिखो तन मन खड़ा खरा हो गया। इस तरह मन खिड़ गया कि जिवें बाग दे विच कोई जाए बाग च हरियावल है तरह तरह के फुल खिड़े ने। जिवें बाहर दे बाग दे विच हरियावल ते खेड़ा हुंदा है सचमुच गुरसिखो परमात्मा दा कीर्तन कीतिया सुनिया नाम जपिया सुखे कोई मन जिहड़े ने दोबारा खरे हो जाते हैं। मैं फिर एक बेनती करा खेड़ा लफ्ज खेड़ा है ना जी। खेड़ा का अर्थ आपां ये करांगे अंदर दा पूर्ण चाओ जिवें बाहर मुखी अर्थ करिए जी। ये खिड़दा बंदा कदों है जो रूहानी तौर पर आ बाहर फुल है ना ये भी उदों खिड़दा जदों पूर्ण तौर पर सुगंधी नाल भर जाता है। तकरीबन जिहड़े सुगंधी दे वाले फुल ने पहला कली है फिर पंखड़ियां बनदियां ने फिर सच्ची मुच्ची पूर्ण तौर पर खिड़ जाता है। प्यारिओ अंदर दा खेड़ा भी उन्हां नूं नसीब हुंदा है जिन्हां दा अंदर पूर्ण तौर पर परमात्मा दे नाम नाल भरपूर हो जाता है। उंज इस संसार च किनूं खेड़ा मिलदा प्यारिओ। अंदर भी सुक्का तन भी सुक्का मन भी सुक्का जबान भी सुक्की अखां भी सुक्कियां कन भी सुक्के। खिमा कर दिओ मजहब की व्याख्या भी सुक गई। खेड़ा है। एक विद्वान जा रहा सी ते बगीचे च फुल खिड़े सन। खेड़ा भावें थोड़ी देर दा होवे पर वो बहुत वड्डा है। वो लंघदे हुए ने कहा ऐ गुंचे तेरी किस्मत पे दिल खिलता है क्या एक तबस्सम के लिए तू खिलता है। खिड़े कोई फुल नूं कहंदा मैं तेरा खेड़ा वेखना ते खुशी हुंदी है ते अंदरों मैं इक्को दम भै चला जाना मन डर जाता है। रब ने तेनू खेड़ा दिता पर 4 घड़ियां दा। ऐ गुंचे तेरी किस्मत पे दिल खिलता है क्या एक तबस्सुम के लिए तू खिलता है।
गुंचे ने कहा इस चरम चमन में बाबा एक तबस्सुम भी किसे मिलता है। कहता लंघन वालिया राइया मैं भावें 4 घड़ियां जी के गया पर खेड़े च जी के गया। इत्थे लोग 100-100 साल जींदे ने ते बस रुखी टोक च जींदे ने, अंदर खेड़ा कदी आउंदा ही नहीं। महाराज कहते ने जदों परमात्मा नूं गाया तन भी खेड़े विच मन भी खेड़े विच, ते धन गुरु रामदास कहते ने गुरसिखो इस तरह अंदर खिड़ गया जिवें बाग दे विच फुल खिड़े होण, जिवें बाग दे विच हरियावल होवे। अज्ञान अंधेरा मिट गया। उस रूहानीयत खेड़े नाल ये बख्शिश होई ਜਿਹੜਾ ਹਨੇਰਾ ਸੀ। ਉੱਥੇ ਲਫ਼ਜ਼ ਸਤਿਗੁਰਾਂ ਨੇ ਇੱਥੇ ਵਰਤਿਆ ਜੀ ਅਗਿਆਨ, ਅਗਿਆਨਤਾ ਦਾ, ਨਾ ਸਮਝੀ ਦਾ, ਬੇਸਮਝੀ ਦਾ ਜਿਹੜਾ ਅੰਦਰ ਹਨੇਰਾ ਸੀ ਜੀ ਉਹ ਮਿਟ ਗਿਆ ਹੈ। ਗੁਰ ਚਾਨਣ ਗਿਆਨ ਚਿਰਾਗ। ਉਸ ਹਨੇਰੇ ਨੂੰ ਮੇਟਿਆ ਕਿੰਨੇ? ਸਤਿਗੁਰੂ ਨੇ ਰੂਹਾਨੀਅਤ ਦਾ ਚਾਨਣ ਦੇ ਦਿੱਤਾ, ਸ਼ਬਦ ਦਾ ਦੀਵਾ ਬਾਲ ਦਿੱਤਾ। ਸਤਿਗੁਰ ਸ਼ਬਦ ਉਜਾਰੋ ਦੀਪਾ बिन स्यो अंधकार तै मंदर रतन कोठड़ी खुली अनूपा। अंदर शब्द का दीवा बलिया, अज्ञानता का हनेरा गुरु ने अपने ज्ञान नाल खत्म कर दिता। बलिया गुण ज्ञान, बलिया गुर ज्ञान अंधेरा बिनसिया हर रतन पदार्थ लाधा। अंदर अज्ञानता का हनेरा शब्द दे प्रकाश नाल मिटिया है। जन नानक जीवै देख हार। सतगुरु गुरु रामदास महाराज अखीर च बचन कर रहे कि हे भाई मैं जिउंदा हाँ उस खरी परमात्मा दे दर्शन करके, उस परमेश्वर दे दीदार विच, ते नाल बेनती कर रहे हन एक निमख कड़ी मुख लाग। हे परमेश्वर जी ਤੁਹਾਡੇ ਦਰਸ਼ਨਾਂ ਕਰਕੇ ਆਪਾਂ ਜੀਨੇ ਹਾਂ। ਤੁਸੀਂ ਇੱਕ ਨਿਮਖ ਮਾਤਰ ਅੱਖ ਝਮਕਣ ਜਿਤਨਾ ਸਮਾਂ ਨਾਲ ਸ਼ਬਦ ਵਰਤਿਆ ਘੜੀ 24 ਮਿੰਟ ਕਹਿ ਲਓ ਅੱਜ ਦੀ ਸ਼ਬਦਾਵਲੀ। ਇੱਕ ਅੱਖ ਝਮਕਣ ਜਿੰਨਾ ਸਮਾਂ ਹੀ ਦੇਖਾਂ ਦੀਦਾਰ, ਕਿਤੇ ਇੱਕ ਘੜੀ ਤੁਸੀਂ ਰਹਿਮਤ ਕਰ ਦਿਓ ਕਿਉਂਕਿ ਆਪ ਜੀ ਦੇ ਦੀਦਾਰ ਕਰਕੇ ਮੈਂ ਜਿੰਦਾ ਹਾਂ। ਮਹਲਾ ਤੀਜਾ। ਹੁਣ ਇਸ ਤੋਂ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਅੰਮ੍ਰਿਤ ਬਚਨ, ਉਹਨਾਂ ਦਾ ਸ਼ਲੋਕ ਹੈ ਬਿਲਾਵਲ ਤਬ ਹੀ ਕੀਜੀਐ। ਹੁਣ ਯਾਦ ਰੱਖਿਓ ਦੂਜਾ ਪੱਖ ਆ ਗਿਆ। ਬਿਲਾਵਲ ਰਾਗ ਦੀਆਂ ਸੁਰਾਂ ਵਿੱਚ ਗੁਰੂ ਰਾਮਦਾਸ ਕਹਿ ਰਹੇ ਨੇ ਅਸੀਂ ਪਰਮਾਤਮਾ ਨੂੰ ਗਾਇਆ ਹੈ, ਤੇ ਗੁਰੂ ਅਮਰਦਾਸ ਉਸ ਤੋਂ ਪਹਿਲਾਂ ਇਹ ਸ਼ਲੋਕ ਉਹਨਾਂ ਦਾ ਦਰਜ ਸੀ, ਪਹਿਲਾਂ ਇਹ ਲਿਖਿਆ ਹੋਇਆ ਉਚਾਰਨ ਕੀਤਾ, ਤਾਂ ਹੀ ਸਤਿਗੁਰਾਂ ਨੇ ਦਰਜ ਕੀਤਾ। ਗੁਰੂ ਰਾਮਦਾਸ ਤੇ ਗੁਰੂ ਅਮਰਦਾਸ ਦੇ ਸ਼ਲੋਕ ਇਕੱਠੇ ਕੀਤੇ। ਕਹਿੰਦੇ ਭਾਈ ਇਹ ਖੁਸ਼ੀ, ਇਹ ਬਿਲਾਵਲ ਰਾਗ ਤਾਂ ਹੀ ਚੰਗਾ ਲੱਗਦਾ, ਤਾਂ ਹੀ ਕਰੋ ਜਬ ਮੁਖ ਹੋਵੇ ਨਾਮ। ਵਾਹ ਵਾਹ। ਕਹਿੰਦੇ ਨੇ ਭਾਈ ਬਿਲਾਵਲ ਰਾਗ ਚੰਗਾ ਹੈ, ਪਰ ਤਾਂ ਚੰਗਾ ਹੈ ਜੇ ਤੁਹਾਡੇ ਮੁਖ ਦੇ ਵਿੱਚ ਸਤਨਾਮ ਵਾਹਿਗੁਰੂ ਹੋਵੇਗਾ ਤਾਂ। ਫਿਰ ਅਰਜ ਹੈ ਸੁਰਾਂ ਬਿਲਾਵਲ ਰਾਗ ਦੀਆਂ ਲਾਵੇਂ ਤੇ ਸੁਰਾਂ ਵਿੱਚ ਗਾਏ ਦੂਜਾ ਭਾਵ, ਇਹ ਫਿਰ ਬਿਲਾਵਲ ਚੰਗਾ ਨਹੀਂ। ਬਿਲਾਵਲ ਤਾਂ ਹੀ ਅੱਛਾ, ਤਾਂ ਹੀ ਚੰਗਾ ਹੈ ਜਦੋਂ ਤੇਰੇ ਮੁਖ ਦੇ ਵਿੱਚੋਂ ਪਰਮਾਤਮਾ ਦਾ ਸ਼ਬਦ ਨਿਕਲੇਗਾ। ਰਾਗ ਨਾਦ ਸ਼ਬਦ ਸੋਹਣੇ। ਹਜ਼ੂਰ ਕਹਿੰਦੇ ਨੇ ਰਾਗ ਤੇ ਨਾਦ, ਗਾਇਕੀ ਤੇ ਰਾਗ ਇਹ ਬੜੇ ਚੰਗੇ ਨੇ, ਬੜੇ ਸੋਹਣੇ ਨੇ, ਪਰ ਇੱਕ ਸ਼ਰਤ ਹੈ ਜਾ ਲਾਗੈ ਸਹਿਜ ਧਿਆਨ। ਗੁਰਮੁਖੋ ਰਾਗ ਨਾਦ ਸ਼ਬਦ ਕਰਕੇ ਸੋਹਣੇ ਨੇ, ਤੇ ਤਾਂ ਸੋਹਣੇ ਨੇ ਜੇ ਇਹਨਾਂ ਨੂੰ ਸੁਣ ਕੇ, ਇਹਨਾਂ ਨੂੰ ਗਾ ਕੇ ਅੰਦਰ ਧਿਆਨ ਲੱਗ ਜਾਏ। ਮੈਂ ਫਿਰ ਗੱਲ ਰਿਪੀਟ ਕਰਨ ਲੱਗਾ, ਗੁਰਮੁਖੋ ਗਾਇਕੀ ਦਾ, ਕਥਾ ਦਾ, ਕੀਰਤਨ ਦਾ, ਹਰ ਧਰਮ ਦੇ ਕਰਮ ਦਾ ਤਾਂ ਹੀ ਫਾਇਦਾ ਹੈ ਜੇ ਅੰਦਰ ਵਾਹਿਗੁਰੂ ਨਾਲ ਮੁਹੱਬਤ ਸਿਮਰਨ ਚੱਲ ਪਏ। ਯਾਦ ਰੱਖਿਓ ਜੇ ਉਹ ਗੱਲ ਨਹੀਂ ਨਾ ਬਣੀ ਫਿਰ ਕੇਵਲ ਬਾਹਰ ਮੁਖੀ ਸ਼ਬਦਾਵਲੀ ਰਹਿ ਗਈ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਬਿਲਾਵਲ ਤਾਂ ਕਰੋ ਜੇ ਮੁਖ ਚ ਨਾਮ ਹੋਵੇ। ਤੇ ਭਾਈ ਗੁਰਸਿੱਖੋ ਸ਼ਬਦ ਰਾਗ ਨਾਦ ਸੋਹਣਾ ਹੈ, ਪਰ ਤਾਂ ਸੋਹਣਾ ਹੈ ਜੇ ਪਰਮਾਤਮਾ ਦਾ ਸ਼ਬਦ ਆਪਾਂ ਉਚਾਰਨ ਕਰਦੇ ਹਾਂ। ਰਾਗ ਨਾਦ ਛੋੜ ਹਰ ਸੇਵੀਐ। ਹੁਣ ਇੱਥੇ ਇੱਕ ਪੱਖ ਹੋਰ ਆ ਗਿਆ। ਪਹਿਲਾਂ ਮਹਾਰਾਜ ਕਹਿ ਰਹੇ ਨੇ ਰਾਗ ਨਾਦ ਸ਼ਬਦ ਸੋਹਣੇ, ਹੁਣ ਇੱਥੇ ਕਹਿ ਰਹੇ ਰਾਗ ਨਾਦ ਨੂੰ ਛੱਡ ਦੇ।
फिर अर्ज सुनियो गुरमुखो, एक ही छड़ दईए जी। एक पासे आप जी कह रहे हो भी जे ध्यान लग जाए, शब्द गाएं तो राग भी चंगा ते नाद भी चंगा। हुण दूजे पासे गुरु अमरदास कह रहे ने छड़ परा राग नूं, छड़ परा इस नाद नूं। तां दरगह पाईए मान। परमात्मा दी दरगाह विच तां मान पाएगा जे राग नाद जिहड़ा संसारी है। इस नूं थोड़ा जिहा गुरमुखो ध्यान नाल सुनियो। ये हारमोनीयम दियां सुरां साती ने ना, उन्हां सुरां दे उत्ते बाबा जी दी बाणी भी गाई जा सकदी है। ਉਹੀ ਵਾਜਾ ਕਿਸੇ ਗਾਇਕ ਕੋਲ ਹੋਵੇ, ਮੈਨੂੰ ਬਖਸ਼ ਦਿਆ ਜੇ, ਉਹਨਾਂ ਸੁਰਾਂ ਦੇ ਉੱਤੇ ਸੰਸਾਰ ਦੀ ਵਾਸ਼ਨਾ ਨੂੰ ਉਤੇਜਿਤ ਕਰਨ ਵਾਲੇ ਗੀਤ ਵੀ ਉਗਾ ਸਕਦਾ ਹੈ। ਇਹ ਕਿਹੜਾ ਮਹਾਰਾਜ ਨੇ ਕਿਹਾ ਤੁਸੀਂ ਰਾਗ ਨਾਦ ਛੱਡ ਦਿਓ? ਪਹਿਲਾਂ ਕਹਿ ਰਹੇ ਨੇ ਗੁਰਮੁਖੋ ਗਾਇਕੀ, ਵਾਜਾਂ, ਸਾਜ਼, ਸੁਰ ਉਹ ਹੀ ਮੁਬਾਰਕ ਹੈ ਜਿਹਦੇ ਵਿੱਚ ਸ਼ਬਦ ਗਾਇਆ ਜਾਏ। ਜਿਹਦੇ ਵਿੱਚ ਸ਼ਬਦ ਨਹੀਂ ਗਾਇਆ ਜਾਂਦਾ, ਸੰਸਾਰ ਦੀ ਕਾਮ ਦੀ ਉਤੇਜਨਾ ਨੂੰ ਪ੍ਰਬਲ ਕਰਨ ਦੇ ਲਈ ਜਿਹਦੇ ਵਿੱਚ ਸ਼ਬਦਾਵਲੀ ਵਰਤੀ ਜਾਂਦੀ ਹੈ। ਗੁਰੂ ਕਹਿੰਦਾ ਇਹੋ ਜਿਹਾ ਰਾਗ ਕਦੀ ਭੁੱਲ ਕੇ ਵੀ ਨਾ ਸੁਣੀ। ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਮੈਂ ਪਿਛਲੇ ਦਿਨੀ ਕੈਨੇਡਾ ਬੇਨਤੀ ਕੀਤੀ ਜੀ, ਉੱਥੋਂ ਕਥਾ ਕਰਕੇ ਆਇਆ। ਦੱਸਣ ਲਈ ਨਹੀਂ ਕਿਉਂਕਿ ਕਰਨ ਚੱਲ ਪਿਆ। ਅਸੀਂ ਬਾਹਰ ਮੁਖੀ ਧੀਆਂ ਬੀਬੀਆਂ ਭੈਣਾਂ ਬੈਠੀਆਂ ਮਾਤਾਵਾਂ ਘਰਾਂ ਵਿੱਚ ਹੀ ਸੁਣ ਰਹੇ। ਅੱਜ ਪੂਰਾ ਜ਼ੋਰ ਲੱਗਾ ਪਿਆ ਵੀ ਜਿਹੜੀ ਔਰਤ ਸਮਾਜ ਹੈ ਇਹਦਾ ਪੂਰਾ ਸਨਮਾਨ, ਇਹਦੀ ਬਰਾਬਰੀ, ਇਹਦਾ ਕੋਈ ਸ਼ੋਸ਼ਣ ਨਾ ਕਰੇ। ਆਪਾਂ ਸਾਰੇ ਕਹਿੰਦੇ ਇੱਕ ਕੌੜਾ ਸੱਚ ਹੈ ਜਿਹੜਾ ਸ਼ੋਸ਼ਣ ਅਸੀਂ ਸਟੇਜਾਂ ਤੇ ਆਪ ਸਾਹਮਣੇ ਬਹਿ ਕੇ ਕਰਾਉਂਦੇ ਹਾਂ। ਇਹ ਬੜਾ ਕੌੜਾ ਸੱਚ ਮੈਂ ਕਹਿ ਰਿਹਾ। ਵਿਆਹ ਹੈ, ਕੋਈ ਫੰਕਸ਼ਨ ਹੈ, ਨੂੰਹ ਵੀ ਉੱਥੇ ਬੈਠੀ ਏ, ਸੱਸ ਵੀ ਉੱਥੇ ਬੈਠੀ ਏ, ਸਹੁਰਾ ਵੀ ਉੱਥੇ ਬੈਠਾ, ਪਤੀ ਵੀ ਉੱਥੇ ਬੈਠਾ, ਭਰਾ ਵੀ ਉੱਥੇ ਬੈਠਾ, ਪੁੱਤਰ ਵੀ ਉੱਥੇ ਬੈਠੇ ਨੇ। ਤੇ ਗਾਉਣ ਵਾਲਾ ਗਾਇਕ ਜਿਹੜਾ ਹੈ, ਖਿਮਾ ਕਰ ਦਿਓ, ਔਰਤ ਦੇ ਅੰਗਾਂ ਦਾ ਜ਼ਿਕਰ ਕਰ ਰਿਹਾ ਹੈ। ਕਦੀ ਅੱਖਾਂ ਦਾ, ਕਦੀ ਮੱਥੇ ਦਾ, ਕਦੀ ਉਹਦੇ ਬੋਡੀ ਦੇ ਕਿਸੇ ਹਿੱਸੇ ਦਾ। ਤੇ ਲੋਕੀ ਵੇਖ ਕੇ ਹੱਸ ਕੇ ਉੱਤੇ ਰੁਪਈਏ ਸੱਟਦੇ ਨੇ। ਉਹ ਗੁਰਮੁਖੋ ਉਦੋਂ ਕਦੀ ਸੋਚਿਆ ਵੀ ਇਹ ਔਰਤ ਦਾ ਸ਼ੋਸ਼ਣ ਨਹੀਂ ਹੋ ਰਿਹਾ ਤੇ ਹੋਰ ਕੀ? ਮੈਂ ਫਿਰ ਬੇਨਤੀ ਕਰਾਂ, ਗੁਰੂ ਜੀ ਕਹਿ ਰਿਹਾ ਜਿਸ ਸ਼ਬਦ ਵਿੱਚ, ਜਿਸ ਸੁਰ ਵਿੱਚ, ਜਿਸ ਰਾਗ ਵਿੱਚ ਕਰਤੇ ਦੀ ਯਾਦ ਭੁੱਲ ਜਾਏ ਸਿੱਖਾ, ਉਹਨੂੰ ਛੱਡ ਦੀ, ਕਿਉਂਕਿ ਜੇ ਛੱਡੇਗਾ ਤਾਂ ਰੱਬ ਦੀ ਦਰਗਾਹ ਵਿੱਚ ਤੈਨੂੰ ਇੱਜ਼ਤ ਮਿਲੇਗੀ, ਨਹੀਂ ਤੇ ਇੱਜ਼ਤ ਨਹੀਂ ਮਿਲਣੀ। ਮੈਂ ਫਿਰ ਅਰਜ਼ ਕਰਾਂ, ਮੈਂ ਕਿਸੇ ਗਾਇਕੀ ਦੇ ਵਿਰੋਧ 'ਚ ਨਹੀਂ ਬੋਲ ਰਿਹਾ, ਪਰ ਇਸ ਨੁਕਤੇ ਨੂੰ ਤੁਸੀਂ ਦੇਖੋ। ਹੁਣ ਮੰਨ ਲਓ ਭਾਈ ਸਾਹਿਬ ਸਵੇਰੇ ਕੀਰਤਨ ਕਰ ਰਹੇ ਆ ਜਾਂ ਕੋਈ ਕਰ ਰਿਹਾ, ਉਹ ਸ਼ਬਦ ਪੜ੍ਹ ਰਿਹਾ ਹੈ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਵਾਰ-ਵਾਰ ਗਾ ਰਹੇ ਨੇ ਨਾ। ਜਪ ਮਨ ਸਤਨਾਮ ਸਦਾ ਸਤਨਾਮ, ਆਪਾਂ ਨਾਲ ਗਾਉਂਦੇ ਆ ਜਪ ਮਨ ਸਤਨਾਮ। ਜੋ ਗਾ ਰਹੇ ਨੇ ਉਹ ਸਾਡੇ ਅੰਦਰ ਨੂੰ ਹੁਲਾਰਾ ਦੇ ਰਿਹਾ ਹੈ ਤੇ ਮਨ ਕਹਿੰਦਾ ਮੈਂ ਕੀਰਤਨ ਤੋਂ ਬਾਅਦ ਇਹਨੂੰ ਜਪਾਂਗਾ। ਤੇ ਜਿਹੜਾ ਬੰਦਾ ਵਾਰ-ਵਾਰ ਗੰਧਨ ਵੈਣ ਵਾਸ਼ਨਾ ਨੂੰ ਉਤੇਜਿਤ ਕਰਨ ਵਾਲੀ ਸ਼ਬਦਾਵਲੀ ਵਰਤਦਾ, ਕਿਹੜੀ ਆਸ ਰੱਖਦੇ ਉਹਦੇ ਵਿੱਚੋਂ ਖੇੜਾ ਮਿਲ ਸਕੇਗਾ? ਮਹਾਰਾਜ ਸ਼ਬਦ ਵਰਤ ਰਿਹਾ ਗੁਰੂ ਅਮਰਦਾਸ, ਨਾ ਭੁੱਲ ਕੇ ਵੀ ਇਹਨੂੰ ਕਦੀ ਤੁਸੀਂ ਇਸ ਤਰ੍ਹਾਂ ਵਰਤਿਓ। ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇ ਦੇਣਾ। ਇਹ ਸਾਡੇ ਅਤੀ ਸਨਮਾਨਯੋਗ ਪ੍ਰਿੰਸੀਪਲ ਗੰਗਾ ਸਿੰਘ ਜੀ ਹੋਣੀ, ਅੱਜ ਸਾਡੇ ਬਜ਼ੁਰਗ ਕਥਾਵਾਚਕ ਜਿਹੜੇ ਆਉਂਦੇ ਨੇ, ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਜੀ, ਕਿਉਂਕਿ ਜੋ ਮਰਜ਼ੀ ਕਹੀ ਜੋ ਬਜ਼ੁਰਗਾਂ ਦਾ ਅਦਬ ਕਰਨਾ ਚਾਹੀਦਾ ਹੈ। ਕੁਝ ਕੁ ਟਾਵੇਂ ਰਹਿ ਗਏ ਬਜ਼ੁਰਗ ਕਥਾ ਕਰਨ ਵਾਲੇ। ਉਹਨਾਂ ਦੀ ਕਿਤਾਬ ਤਕਰੀਬਨ ਹਰ ਕਥਾਵਾਚਕ ਜਦੋਂ ਸ਼ੁਰੂ ਹੋਇਆ ਜੀ ਉਹਨੇ ਸਾਰਿਆਂ ਨੇ ਪੜ੍ਹੀ। ਧਰਮ ਕਲਾ ਇੱਕ ਪੁਸਤਕ ਹੈ, ਉਹਦੇ ਵਿੱਚ ਉਹਨਾਂ ਨੇ ਰਾਗ ਅਤੇ ਧਰਮ ਕਲਾ ਦਾ ਜਦੋਂ ਜ਼ਿਕਰ ਕੀਤਾ ਹੈ, ਉਸ ਵਿੱਚ ਇੱਕ ਉਦਾਹਰਨ ਦਿੱਤੀ। ਮੈਂ ਕਿਤਾਬ ਦਾ ਹਵਾਲਾ ਤਾਂ ਦਿੱਤਾ ਕਿਉਂਕਿ ਫਿਰ ਵੀ ਪਤਾ ਪੁੱਛਾਂਗੇ ਵੀ ਕਿੱਥੋਂ। ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ ਵੀ ਜ਼ਿਕਰ ਕੀਤਾ। ਕਹਿੰਦੇ ਨੇ ਇੱਕ ਫਕੀਰ ਤੁਰਿਆ ਜਾ ਰਿਹਾ ਸੀ, ਰੱਬ ਦੇ ਰੰਗ 'ਚ ਰੱਤਾ। ਉਹਨੇ ਵੇਖਿਆ ਵੀ ਚੁਰਸਤੇ ਦੇ ਵਿੱਚ ਨਾ ਬਹੁਤ ਵੱਡਾ ਇਕੱਠ ਹੋਇਆ, ਕੀ ਬੱਚੇ ਕੀ ਬਜ਼ੁਰਗ, ਸਾਰੇ ਲੋਕ, ਭੀੜ ਬਣੀ ਪਈ, ਗੋਲ ਗਤਾਰਾ ਜੀ, ਵ੍ਰਿਤਾਕਾਰ। ਉਹਦੇ ਮਨ 'ਚ ਆਇਆ ਇੱਥੇ ਕੋਈ ਤਮਾਸ਼ਾ ਹੋ ਰਿਹਾ। ਉਹ ਲੰਘਦਾ ਭੀੜ ਨੂੰ ਚੀਰ ਕੇ ਅੱਗੇ ਚਲੇਗਾ ਤੇ ਕੀ ਦੇਖਿਆ ਜੀ, ਉੱਥੇ ਨੱਚਣ ਵਾਲੀ ਨਾਚੀ ਪੈਰ 'ਚ ਘੁੰਗਰੂ ਬੰਨ੍ਹ ਕੇ ਨੱਚ ਰਹੀ ਸੀ ਤੇ ਗਾਉਣ ਵਾਲਾ ਨਾਲ ਨੱਚ ਰਹੀ ਸੀ, ਨਾਲੇ ਉੱਚੀ ਉੱਚੀ ਬਾਂਹ ਉਲਾਰ ਕੇ ਗਾ ਰਹੀ ਸੀ, ਨਾਲ ਸਾਜ਼ ਵੱਜਦੇ ਪਏ ਸਨ, ਮਿਰਦੰਗ ਵੱਜਦਾ ਪਿਆ ਸੀ।
ਫਕੀਰ ਨੇ ਦੇਖਿਆ, ਦੇਖਣ ਤੋਂ ਬਾਅਦ ਮੂੰਹ ਵਟਿਆ, ਸਿਰ ਮਾਰ ਕੇ ਪਿੱਛਾ ਚਲਾ ਗਿਆ। ਲੰਘਦੇ ਨੂੰ ਕਿਸੇ ਨੌਜਵਾਨ ਨੇ ਮਜ਼ਾਕ ਕਰ ਦਿੱਤਾ, ਕਹਿੰਦਾ ਬਾਬਾ ਆਹ ਨਜ਼ਾਰਾ ਨਹੀਂ ਕਦੀ ਲੱਭਣਾ, ਆਹ ਦੇਖ ਮਿਰਦੰਗ ਕਿੰਨੇ ਕਮਾਲ ਦਾ ਵੱਜ ਰਿਹਾ, ਔਰਤ ਦੇ ਪੈਰਾਂ ਵਿੱਚ ਪਾਏ ਹੋਏ ਘੁੰਗਰੂਆਂ ਦੀ ਛਣਕਾਰ ਕੈਸੀ ਹੈ, ਆਹ ਦੇਖ ਜਦੋਂ ਬਾਂਹ ਉਲਾਰ ਕੇ ਬੋਲਦੀ ਹੈ ਕਿਆ ਮਜ਼ਾ ਆ ਰਿਹਾ। ਉਸ ਫਕੀਰ ਨੇ ਜਿਹੜੀ ਗੱਲ ਕੀ, ਉਹ ਸੁਣਨ ਵਾਲੀ ਹੈ ਤਾਂ ਕਵਿਤ, ਉਹ ਕਹਿੰਦਾ ਸ਼ੁਭ ਕਾਜ ਕੋ ਛੋੜ ਅਕਾਜ ਕਰੇ ਕਛ ਲਾਜ ਨਾ ਆਵਤ ਕਹੇ ਇਨਕੋ। ਬੜੇ ਅਰਥ ਸੌਖੇ ਨੇ। ਕਹਿੰਦੇ ਚੰਗਾ ਕੰਮ ਛੱਡ ਕੇ ਤੁਸੀਂ ਕਰੋੜਾਂ ਰੁਪਈਏ ਦੀ ਬਰਬਾਦੀ ਕਰਦੇ ਪਏ ਹੋ ਕੇਵਲ ਵਾਸ਼ਨਾ ਨੂੰ ਉਤੇਜਿਤ ਕਰਨ ਦੇ ਲਈ। ਮੈਂ ਲਫ਼ਜ਼ ਆਪਣੇ ਕੋਲ ਵਰਤਨੇ, ਸ਼ੁਭ ਕਾਜ ਕੋ ਛੋੜ ਅਕਾਜ ਕਰੇ ਕਛ ਲਾਜ ਨਾ ਆਵਤ ਹੈ ਇਨਕੋ। ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ ਦਮਦਾਨ ਲਵਟਾਵਨ ਕੋ। ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ ਦਨ ਧਾਮ ਲੁਟਾਵਨ ਕੋ। ਮਰਦੰਗ ਤਿਨੇ ਤ੍ਰਿਗ ਤ੍ਰਿਗ ਕਹੇ। ਆ ਜਦੋਂ ਮਰਦੰਗ ਵੱਜਦਾ ਹੈ ਉਹਦੀ ਆਵਾਜ਼ ਤ੍ਰਿਗ ਦੀ ਰਿਦਮ ਇਹੋ ਜਿਹੀ ਹੈ ਨਾ। ਕਹਿੰਦਾ ਮਰਦੰਗ ਤੁਸੀਂ ਕਹਿੰਦੇ ਹੋ ਕਮਾਲ ਦਾ ਵੱਜਦੇ ਆ, ਮਿਰਦੰਗ ਕਹਿ ਰਿਹਾ ਤ੍ਰਿਗ ਹੈ ਤ੍ਰਿਗ ਹੈ ਤ੍ਰਿਗ ਹੈ। ਸੁਲਤਾਨ ਕਹੇ ਕਿਨਕੋ ਕਿਨਕੋ। ਤੇ ਪੈਰਾਂ ਦੇ ਘੁੰਗਰੂ ਛਨਕ ਕੇ ਪੁੱਛਦੇ ਪਏ ਨੇ ਮਿਰਦੰਗ ਨੂੰ, ਕਿੰਨਾਂ ਨੂੰ ਤ੍ਰਿਗ ਕਿੰਨਾਂ ਨੂੰ ਤ੍ਰਿਗ। ਕਹਿੰਦਾ ਜਿਹੜਾ ਤੁਸੀਂ ਵਹਿੰਦੇ ਪਏ ਹੋ ਨਾ, ਇਹ ਔਰਤ ਤੁਹਾਡੇ ਵੱਲ ਬਾਂਹ ਕਰਕੇ ਕਹਿੰਦੀ ਹੈ ਕਿ ਇਨਕੋ ਇਨਕੋ ਇਨਕੋ। ਲੱਖ ਲਾਹਣਤਾਂ ਇਹਨਾਂ ਨੂੰ ਜਿਹੜੇ ਵੇਖਣ ਵਾਸਤੇ ਆਏ ਆ। ਮੈਂ ਸ਼ਬਦ ਥੋੜੇ ਸਖਤ ਵਰਤ ਦਿੱਤੇ, ਮੈਨੂੰ ਬਖਸ਼ ਦਿਆ ਜੀ। शुभ काज को छोड़ अकाज करें कछ लाज न आवत कह इनको। एक रांड बुलाए नचावत हैं घर को दन धाम लटावन को। मृदंग तिने त्रिग त्रिग कह सुल्तान कह किनको किनको। बाह उलार कह नार कह इनको इनको इनको। प्यारिओ जदों गुरु साहब कह रहा सिखा दरगाह च तां मान मिलेगा, वो राग वो नाद वो संगीत छड्ड दे ਜਿਹਦੇ ਨਾਲ ਪਰਮਾਤਮਾ ਦੀ ਯਾਦ ਵਿਸਰਦੀ ਹੈ। ਨਾਨਕ ਗੁਰਮੁਖ ਬ੍ਰਹਮ ਵਿਚਾਰੀਐ। ਸਤਿਗੁਰੂ ਗੁਰੂ ਅਮਰਦਾਸ ਫਿਰ ਅੱਗੇ ਸਾਨੂੰ ਸਮਤ ਦਿੰਦੇ ਆ। ਧੰਨ ਗੁਰੂ ਅਮਰਦਾਸ ਪਿਤਾ ਜੀ ਕਹਿ ਰਹੇ ਆ, ਭਾਈ ਫਰਮਾ ਰਹੇ ਨੇ ਕਿ ਗੁਰੂ ਦੇ ਸਨਮੁਖ ਹੋ ਕੇ ਜਿਹੜੇ ਬ੍ਰਹਮ ਦੀ ਪਰਮਾਤਮਾ ਦੀ ਵਿਚਾਰ ਕਰਦੇ ਹਨ, ਚੁਕੈ ਮਨ ਅਭਿਮਾਨ। ਸੱਚ ਇਹ ਵੇ ਅੰਦਰ ਦਾ ਹੰਕਾਰ, ਅੰਦਰ ਦਾ ਅਭਿਮਾਨ ਦੂਰ ਹੋ ਜਾਂਦਾ ਹੈ। ਪੌੜੀ ਹੁਣ ਜਿਹੜੀ ਇਹ ਪੌੜੀ ਹੈ, ਆਰੰਭ ਚ ਅਸੀਂ ਪੜ੍ਹਿਆ ਸੀ ਬਿਲਾਵਲ ਕੀ ਵਾਰ ਮਹੱਲਾ ਚੌਥਾ। ਆਹ ਪੌੜੀ ਦਾ ਸੰਬੰਧ ਗੁਰੂ ਰਾਮਦਾਸ ਜੀ ਨਾਲ ਹੈ। ਭਾਵੇਂ ਇੱਥੇ ਚੌਥਾ ਜ਼ਿਕਰ ਨਹੀਂ ਆਵੇਗਾ, ਪੌੜੀ ਜਦੋਂ ਇੱਥੇ ਆਏਗੀ ਉੱਤੇ ਸਮਝ ਲਿਓ ਵੀ ਜਿਹੜਾ ਮਹੱਲਾ ਚੌਥਾ ਲਿਖਿਆ ਹਰ ਪੌੜੀ ਗੁਰੂ ਰਾਮਦਾਸ ਜੀ ਦੀ ਹੈ। ਪੌੜੀ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਆ, ਤੂੰ ਹਰ ਪ੍ਰਭ ਆਪ ਅਗੰਮ ਹੈ। हे ਹਰੀ ਪ੍ਰਭੂ ਜੀ, ਆਪ ਜੀ ਅਗੰਮ ਹੋ। ਅਗੰਮ ਦਾ ਅਰਥ ਜਿਹਦੇ ਤੱਕ ਸਾਡੀ ਪਹੁੰਚ ਨਹੀਂ। ਸਭ ਤੁਧ ਉਪਾਇਆ। ਜੋ ਕੁਝ ਸੰਸਾਰ ਵਿੱਚ ਹੈ ਇਹ ਵਾਹਿਗੁਰੂ ਜੀ, ਇਹ ਸਭ ਤੁਸੀਂ ਪੈਦਾ ਕੀਤੇ, ਇਹ ਸਾਰੇ ਆਪ ਜੀ ਦੇ ਬਣਾਏ ਹਨ। ਤੂੰ ਆਪੇ ਆਪ ਵਰਤਦਾ। ਜੇ ਪੈਦਾ ਕੀਤੇ ਨੇ ਇਹਨਾਂ ਸਾਰਿਆਂ ਵਿੱਚ ਵਰਤਦੇ ਵੀ ਤੁਸੀਂ ਆਪ ਪਏ ਹੋ। ਹਰ ਇੱਕ ਦੇ ਅੰਦਰ ਆਪ ਵਰਤ ਰਹੇ ਹੋ। ਸਭ ਜਗਤ ਸਬਾਇਆ। ਸਬਾਇਆ ਜਗਤ ਸਾਰਾ ਸੰਸਾਰ ਜਿਹੜਾ ਹੈ ਇਹਨਾਂ ਵਿੱਚ ਤੂੰ ਆਪ ਹੀ ਵਰਤਦਾ ਹੈ। ਤੁਧ ਆਪੇ ਤਾੜੀ ਲਾਈ ਐ। ਹੁਣ ਇੱਥੇ ਮਹਾਰਾਜ ਕਹਿੰਦੇ ਪ੍ਰਭੂ ਜੀ ਤੁਸੀਂ ਆਪ ਹੀ ਤਾੜੀ ਲਾਈ ਹੈ। ਤਾੜੀ ਦਾ ਮਤਲਬ ਆ ਨਹੀਂ ਇਹ ਜਿਹੜੀ ਆਪਾਂ ਹੱਥਾਂ ਨੂੰ ਮਾਰਨੇ ਆ ਤਾੜੀਆਂ ਨਹੀਂ। ਇੱਥੇ ਤਾੜੀ ਦਾ ਅਰਥ ਹੈ ਸਮਾਧੀ। ਜਦੋਂ ਸਮਾਧੀ ਵਿੱਚ ਹੈ ਵਾਹਿਗੁਰੂ ਜੀ, ਤੁਹਾਨੂੰ ਕੋਈ ਯਾਦ ਕਰਦਾ ਸਮਾਧੀ ਵਿੱਚ ਬੈਠਣ ਵਾਲੇ ਤਾੜੀ ਲਾਉਣ ਵਾਲੇ ਵੀ ਆਪ ਹੋ। ਆਪੇ ਗੁਣ ਗਾਇਆ। ਆਪ ਹੀ ਸਮਾਧੀ ਲਾ ਰਹੇ ਹੋ ਤੇ ਆਪ ਹੀ ਪਰਮੇਸ਼ਵਰ ਜੀ ਜੀਵਾਂ ਵਿੱਚ ਬੈਠ ਕੇ ਆਪਣੇ ਗੁਣ ਗਾਉਂਦੇ ਪਏ ਹੋ। ਜਿਹਨੂੰ ਇਉਂ ਕਹਿ ਲੋ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਆਪਣਾ ਕੀਤਾ ਹੈ। ਸਰਗੁਣ ਵੀ ਤੁਸੀਂ, ਨਿਰਗੁਣ ਵੀ ਤੁਸੀਂ, ਸੁਣ ਵੀ ਤੁਸੀਂ, ਤਾੜੀ ਵੀ ਤੁਸੀਂ, ਕੀਰਤਨ ਵਾਲੇ ਵੀ ਤੁਸੀਂ, ਸਮਾਧੀਆਂ ਲਾਉਣ ਵਾਲੇ ਵੀ ਤੁਸੀਂ। ਤੇ ਵਾਹਿਗੁਰੂ ਜੀ
अपना जाप आप ही कर रहे हो। ਹਰ ਧਿਆਵਹੁ ਭਗਤੋ ਦਿਨਸ ਰਾਤ। ਸਤਿਗੁਰੂ ਗੁਰੂ ਰਾਮਦਾਸ ਹੁਣ ਸਾਨੂੰ ਸਮੱਤ ਬਖਸ਼ਦੇ ਆ। ਕਹਿੰਦੇ ਭਾਈ ਗੁਰਮਖੋ, ਕਹਿ ਤਾਂ ਭਗਤ ਜਨਾਂ ਨੂੰ ਰਹੇ ਨੇ, हे ਸੰਤ ਜਨੋ, हे ਭਗਤ ਜਨੋ, ਇੱਕ ਕੰਮ ਕਰੋ, ਦਿਨ ਰਾਤ ਵਾਹਿਗੁਰੂ ਦਾ ਸਿਮਰਨ ਕਰੋ, ਦਿਨ ਰਾਤ ਪਰਮੇਸ਼ਵਰ ਦਾ ਨਾਮ ਜਪੋ। ਅੰਤ ਲਏ ਛਡਾਇਆ। ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਅੰਤਲੇ ਸਮੇਂ ਜਮ ਦੀ ਫਾਹੀ ਤੋਂ ਛਡਾਏਗਾ। ਜਿਨ ਸੇਵਿਆ ਤਿਨ ਸੁਖ ਪਾਇਆ। ਜਿਨ੍ਹਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਸੇਵਿਆ ਹੈ, ਗੁਰਮੁਖੋ, ਉਹਨਾਂ ਨੇ ਆਤਮਿਕ ਸੁਖ ਪਾਇਆ ਹੈ। ਹਰ ਨਾਮ ਸਮਾਇਆ। ਕਿਹੜਾ ਸੁਖ ਪਾਇਆ? ਉਹ ਬੰਦਗੀ ਕਰਦੇ ਕਰਦੇ ਖਰੀ ਦੇ ਨਾਮ ਵੀ ਸਮਾ ਗਏ ਨੇ, ਜਿਨ੍ਹਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਸਿਮਰਿਆ ਹੈ। ਸਾਧ ਸੰਗਤ ਜੀ, ਆਓ ਸਿਰਫ 2 ਮਿੰਟ, ਮੈਂ ਕਦੀ ਕੀਤਾ ਤੇ ਨਹੀਂ ਇਸ ਸਟੇਜ ਤੇ, ਪਰ ਮਨ ਕਹਿੰਦਾ ਥੋੜਾ ਜਿਹਾ ਨਾਮ ਜਪ ਲਈਏ ਜੀ। ਸਾਰੇ ਬੋਲਿਓ, ਕਰੋ ਕਿਰਪਾ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਪਹਿਲਾਂ ਦਾਸ ਬੋਲੇਗਾ, ਸਿੰਘ ਬੋਲਿਓ ਦੂਜੇ ਹਿੱਸੇ 'ਚ, ਤੀਜੇ ਹਿੱਸੇ 'ਚ ਬੀਬੀਆਂ ਭੈਣਾਂ, ਕਰੋ ਕਿਰਪਾ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਰੇ ਸਿੰਘ ਬੋਲੋ। ਬੀਬੀਆਂ ਭੈਣਾਂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਰੇ ਕਿਰਪਾ ਕਰੋ ਬੀਬੀਓ ਭੈਣੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ। ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ ਜੀ ਆਪ ਜੀ ਦੇ ਅੰਮ੍ਰਿਤ ਬਚਨ ਦੀ ਵਿਚਾਰ ਕਰਦਿਆਂ ਬੋਲਦਿਆਂ ਮਨ ਕਰਕੇ ਤਨ ਕਰਕੇ ਬਹੁਤ ਭੁੱਲਾਂ ਹੋਈਆਂ। ਸਾਧ ਸੰਗਤ ਜੀ ਬਖਸ਼ ਦੇਣਾ। ਆਓ ਸਤਿਗੁਰਾਂ ਜੀ ਦੀ ਇਸ ਪੌੜੀ ਦੇ ਅੰਤਲੇ ਬਚਨ ਭਾਈ ਸਾਹਿਬ ਜੀ ਤੋਂ ਸਰਵਣ ਕਰੀਏ ਜੀ। ਹਰ ਧਿਆਵਹੁ ਭਗਤੋ ਦਿਨਸ ਰਾਤ, ਅੰਤ ਲਏ ਛਡਾਇਆ। ਜਿਨ ਸੇਵਿਆ ਤਿਨ ਸੁਖ ਪਾਇਆ। ਹਰ ਨਾਮ ਸਮਾਇਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ